ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਰਨ ਲਈ ਇੱਕ ਕਮੇਟੀ ਬਣਾਈ ਗਈ ਸੀਗੀ। ਇਹ ਗਿਆਨੀ ਗੁਰਬਚਨ ਸਿੰਘ ਦਾ ਬਿਆਨ ਛਪਿਆ ਸੀਗਾ 2009 ਦੇ ਵਿੱਚ ਜੀ। ਉਦੋਂ ਹੀ ਉਹਨਾਂ ਨੂੰ ਚਿੱਠੀ ਲਿਖੀ ਸੀਗੀ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਜਦੋਂ ਤੁਸੀਂ ਜ਼ਿਕਰ ਕੀਤਾ ਆ ਤੇ ਸਾਨੂੰ ਇਹ ਦੱਸਿਆ ਜਾਵੇ ਵੀ ਕਿਹੜੇ ਕਿਹੜੇ ਸੱਜਣਾ ਨੇ ਕਿਹੜੇ ਚਿੱਠੀਆਂ ਪਾਈਆਂ ਤੁਹਾਨੂੰ ਤੇ ਕੀ ਉਹਨਾਂ ਨੂੰ ਇਤਰਾਜ਼ ਹੈਗੇ ਆ ਕੈਲੰਡਰ ਦੇ। ਤੁਹਾਨੂੰ ਜਵਾਬ ਮਿਲਿਆ ਸੀ ਕੋਈ ਜੀ? ਨਹੀਂ ਜੀ, ਜਵਾਬ ਦੇਣਾ ਤਾਂ ਉਹਨਾਂ ਦੀ ਕਹਿੰਦੇ ਮਰਜ਼ਾਦਾ ਭੰਗ ਹੋ ਜਾਊਗੀ ਜੇ ਕਿਸੇ ਨੂੰ ਜਵਾਬ ਦੇ ਦਿੱਤਾ। ਇਹਨਾਂ ਬਾਰੇ ਸੁਣਿਆ ਸੀਗਾ ਬਈ ਇਹ ਨੌਜਵਾਨ ਨੇ ਕੁਛ ਕਰਨ ਦਾ ਮਾਦਾ ਰੱਖਦੇ ਨੇ। ਗਿਆਨੀ ਗੁਰਬਚਨ ਸੋਹਣੀ ਤਾਂ ਜਦੋਂ ਉੱਤੇ ਮੱਚ ਮਰ ਜਾਂਦਾ ਦਿਹਾੜੀਆਂ ਲਾ ਲਾ ਬੰਦੇ ਦਾ ਬਈ ਬੜੇ ਉਹ ਸੇਵਾਦਾਰ ਤੋਂ ਭਰਤੀ ਹੋ ਕੇ ਇੱਥੇ ਤੱਕ ਪਹੁੰਚੇ ਸੀ। ਬੜੇ ਸਮਝੌਤੇ ਕਰਨੇ ਪੈਂਦੇ ਆ ਵੀ ਪੜ੍ਹੇ, ਪਰ ਹਰਪ੍ਰੀਤ ਸਿੰਘ ਹੁਣੀ ਪੜ੍ਹੇ ਲਿਖੇ ਸੀ ਜੀ। ਉਹਨੂੰ ਵੀ ਚਿੱਠੀਆਂ ਲਿਖੀਆਂ ਪਰ ਕੋਈ ਫਾਇਦਾ ਨਹੀਂ ਹੋਇਆ। ਹਾਰ ਕੇ ਫਿਰ ਮੈਂ ਇਹ ਖੁੱਲ੍ਹਾ ਪੱਤਰ ਲਿਖਣਾ ਪਿਆ ਉਹਨਾਂ ਨੂੰ। ਕੰਪਿਊਟਰ ਡਿਪਾਰਟਮੈਂਟ ਆ ਉਹਦੇ ਵਿੱਚ ਵੀ ਨੌਜਵਾਨ ਹੈਗੇ ਆ ਚੰਗੇ ਜਿਹੜੇ ਨਵੇਂ ਮੁੰਡੇ ਪੜ੍ਹ ਕੇ ਆਏ ਆ ਜੀ। ਉਹ ਇੰਨਾ ਕੁ ਜ਼ਰੂਰ ਉਦਮ ਕਰ ਦਿੰਦੇ ਆ ਕਹੇ ਕੋਹੇ ਤੇ ਜਾਂ ਲਿਖੇ ਤੇ ਵੀ ਤੁਹਾਡਾ ਪੱਤਰ ਆ ਜਿਹੜਾ ਉਹ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਗਿਆ ਹੈ। ਇੰਨੀ ਕੁ ਰਸੀਦ ਆ ਜਾਂਦੀ ਆ ਚਿੱਠੀ ਦੀ, ਜਵਾਬ ਦੀ ਨਹੀਂ ਹਲੇ ਕੋਈ ਸੰਭਾਵਨਾ ਬਣੀ। ਹੁਣ ਜੇ ਦੋਨੇ ਹੀ ਧਿਰਾਂ ਜਿਹੜੇ ਕੈਲੰਡਰ ਬਣਾਉਣ ਵਾਲੇ ਉਹਦੇ ਵਿਰੋਧੀ ਵੀ ਹੈਗੇ ਆ, ਦੋਨੇ ਧਿਰਾਂ ਜਾ ਕੇ ਜਥੇਦਾਰ ਸਾਹਿਬ ਨੂੰ ਮਿਲੀਆਂ ਫਿਰ ਵੀ ਜਥੇਦਾਰ ਸਾਹਿਬ ਕੋਈ ਹੁੰਗਾਰਾ ਨਾ ਭਰੇ, ਫਿਰ ਹੈਰਾਨੀ ਹੁੰਦੀ ਆ ਵੀ ਗੜਬੜ ਕਿੱਥੇ ਆ। ਅੱਛਾ, ਇੱਕ ਤੁਸੀਂ ਆਹ ਲਿਖਦੇ ਹੁੰਦੇ ਵੀ ਇਤਿਹਾਸਿਕ ਦਿਹਾੜਿਆਂ ਦਾ ਘਾਣ ਕਰ ਰਹੀ ਹੈ ਸ਼੍ਰੋਮਣੀ ਕਮੇਟੀ, ਕੋਈ ਖਾਸ ਇੱਕ ਦੋ ਇਤਿਹਾਸਿਕ ਦਿਹਾੜੇ ਦੱਸ ਸਕਦੇ ਹੋ? ਹੁਣ ਥੜਾ ਬਣਨ ਤੋਂ ਬਾਅਦ ਗੁਰੂ ਸਾਹਿਬ ਨੇ ਉੱਥੇ ਸਟੇਜ ਲਾ ਕੇ ਤੇ ਖੁੱਲੇ ਥਾਂ ਦੇ ਵਿੱਚ ਤੇ ਫਿਰ ਉਹ ਥੜੇ ਦੇ ਉੱਤੇ ਬੈਠ ਕੇ ਦੋ ਤਲਵਾਰਾਂ ਪਹਿਨੀਆਂ ਸੀ। ਥੜਾ ਬਣਦਾ ਆ ਆਪਣੇ 18 ਹਾੜ ਨੂੰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਦੇ ਮੁਤਾਬਕ ਹਰ ਸਾਲ ਜੀ। ਔਰ ਜਿਹੜਾ ਮੀਰੀ ਪੀਰੀ ਦਾ ਹੈਗਾ ਉਹ ਇਸ ਸਾਲ ਹੈਗਾ ਆ 17 ਹਾੜ ਦਾ। ਥੜਾ ਬਣਨ ਤੋਂ ਇੱਕ ਦਿਨ ਪਹਿਲਾਂ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਲੇ ਦਿਨ ਪਹਿਨੀਆਂ ਗਈਆਂ ਜੀ। ਥੜਾ ਸਾਹਿਬ ਬਣਿਆ ਉਦੋਂ ਅਗਲੇ ਦਿਨ। ਪਿਛਲੇ ਸਾਲ ਜਿਹੜਾ ਆ ਥੜਾ ਬਣਦਾ 18 ਹਾੜ ਨੂੰ ਤੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਜਾਂਦੀਆਂ 27 ਹਾੜ ਨੂੰ ਥੜਾ ਬਣਨ ਤੋਂ 11 ਦਿਨ ਬਾਅਦ ਦੇ ਵਿੱਚ। ਹੁਣ ਜੇ ਥੜਾ ਉਦਣੀ ਬਣਦਾ ਆ ਤਾਂ ਮੀਰੀ ਪੀਰੀ ਦੀ ਤਲਵਾਰ ਪਹਿਨਣ ਦਾ ਦਿਨ ਕਿਉਂ ਬਦਲੀ ਹੋ ਜਾਂਦਾ ਹਰ ਸਾਲ? ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹੀ ਲਿਖੀ ਸੀ ਵੀ ਜਿਹੜੇ ਤਖਤ ਤੇ ਤੁਸੀਂ ਬਿਰਾਜਮਾਨ ਹੋ, ਬਿਲਕੁਲ ਇਤਿਹਾਸ ਤਾਂ ਦੇਖ ਲਓ ਆਪਣੇ ਕੈਲੰਡਰ ਦੇ ਵਿੱਚ। SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ 4 ਸਪੈਲਿੰਗ ਆ sgpc.net। ਉੱਥੇ ਜਾ ਕੇ ਨਾਨਕਸ਼ਾਹੀ ਕੈਲੰਡਰ ਡਾਊਨਲੋਡ ਕਰ ਲਾ ਜੀ। ਦੇਖੋ ਵੀ ਹੁੱਲਾ ਮੱਲਾ ਹੈਗਾ, ਪੂਰੇ ਸਾਲ ਚ ਹੁੱਲਾ ਮੱਲਾ ਹੈ ਨਹੀਂਗਾ। ਤੇ ਜੇ ਹੁਣ ਅਕਾਲ ਤਖਤ ਸਾਹਿਬ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਜੀ ਤੇ ਫਿਰ ਉੱਥੋਂ ਫੈਸਲਾ ਕਿਵੇਂ ਹੋ ਜਾਊਗਾ? ਹੁਣ ਪਤਾ ਨਹੀਂ ਵੀ ਕਿੱਥੇ ਨਿਬੜੂਗੀ ਗੱਲ ਜਾ ਕੇ। ਜਾਂ ਇਹ ਜਿਵੇਂ ਉਹ ਰਾਗਮਾਲਾ ਦਾ ਮਸਲਾ ਹੈਗਾ ਆ ਵੀ ਕੋਈ ਪੜ੍ਹੇ ਤੇ ਕੋਈ ਨਾ ਪੜ੍ਹੇ, ਇਹ ਵੀ ਮੈਨੂੰ ਲੱਗਦਾ ਵੀ ਉੱਠਦਾ ਬੋਲੇ ਬਣ ਜਾਊਗਾ ਇਹ ਕੈਲੰਡਰ ਵਾਲਾ ਮਸਲਾ। ਵੀ ਇੱਕ ਪਾਸੇ ਤੇ ਜਥੇਦਾਰ ਸਾਹਿਬ ਦਾ ਬਿਆਨ ਆਇਆ ਵੀ ਸਿੱਖ ਕੌਮ ਦਾ ਇੱਕੋ ਹੀ ਕੈਲੰਡਰ ਹੋਣਾ ਚਾਹੀਦਾ ਹੈ ਤੇ ਮੇਰੇ ਸਵਾਲ ਵੀ ਇਹੀ ਆ ਵੀ ਜੇ ਸਿੱਖ ਕੌਮ ਦਾ ਇੱਕੋ ਹੀ ਕੈਲੰਡਰ ਹੋਣਾ ਚਾਹੀਦਾ ਤੇ ਉਹ ਕਿਹੜਾ ਹੋਣਾ ਚਾਹੀਦਾ? ਕਮੇਟੀ ਦੇ ਜਥੇਦਾਰ ਸਾਹਿਬ ਜੋ ਵੀ ਹੈਗੇ ਆ ਹੁਣ ਉਹ ਕਹਿ ਦਿੰਦੇ ਆ ਕਿ ਆਹੀ ਕੈਲੰਡਰ ਹੋਣਾ ਚਾਹੀਦਾ ਜਿਹੜਾ ਕਿ ਅਸੀਂ ਦੋਨਾਂ ਦਾ ਰਲ ਕੇ ਬਣਾਇਆ ਗਿਆ। ਫਿਰ ਤੁਸੀਂ ਉਸ ਨੂੰ ਮੰਨ ਲਓਗੇ ਜੀ? ਕਹਿ ਤਾਂ ਸਹੀ ਨਾ ਕੁਛ ਪਹਿਲਾਂ। ਪੰਜਾਬੀ ਲੋਕ ਚੈਨਲ ਵਿੱਚ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਅਮਰੀਕਾ ਦੇ ਇੱਕ ਉੱਘੇ ਸਿੱਖ ਚਿੰਤਕ ਸਰਦਾਰ ਸਰਬਜੀਤ ਸਿੰਘ ਸੈਕਰਾਮੈਂਟੋ, ਜੋ ਕਿ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਬਹੁਤ ਵਾਰ ਅਖਬਾਰ ਦੇ ਰਾਹੀਂ, ਈਮੇਲ ਰਾਹੀਂ ਤੇ ਟੈਲੀਫੋਨ ਕਾਲ ਦੇ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖੁੱਲੇ ਪੱਤਰ ਲਿਖ ਚੁੱਕੇ ਨੇ ਕਿ ਉਹਨਾਂ ਦੇ ਕੁਝ ਸਵਾਲ ਨੇ ਤੇ ਅੱਜ ਤੱਕ ਉਹਨਾਂ ਨੂੰ ਜਵਾਬ ਨਹੀਂ ਮਿਲਿਆ। ਤੇ ਹੁਣ ਉਹਨਾਂ ਨੇ ਇੱਕ ਕਾਫੀ ਲੰਬਾ ਖੁੱਲਾ ਪੱਤਰ ਅਖਬਾਰ ਦੇ ਰਾਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੂੰ ਲਿਖਿਆ। ਆਪਾਂ ਗੱਲਬਾਤ ਕਰਦੇ ਹਾਂ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਨਾਲ। ਹਾਂਜੀ ਸੈਕਰਾਮੈਂਟੋ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਜੀ, ਤੁਸੀਂ ਸੁਣਾਓ ਜੀ? ਬਹੁਤ ਵਧੀਆ ਜੀ। ਕਿਵੇਂ ਜੀ, ਕੀ ਲੋੜ ਪੈ ਗਈ ਸੀ ਵੀ ਇੱਕ ਖੁੱਲਾ ਪੱਥਰ, ਬੜਾ ਵੱਡਾ ਪੱਤਰ ਲਿਖ ਛੱਡਿਆ ਤੁਸੀਂ ਜਥੇਦਾਰ ਸਾਹਿਬ ਨੂੰ? ਇਹ ਜੀ ਅਸੀਂ ਨਾਨਕਸ਼ਾਹੀ ਕੈਲੰਡਰ ਬਾਰੇ ਜਾਂ ਹੋਰ ਵਿਸ਼ਿਆਂ ਬਾਰੇ ਅਕਸਰ ਜੇ ਕੋਈ ਗੱਲ ਸਾਡੇ ਧਿਆਨ ਚ ਆਉਂਦੀ ਹੈਗੀ ਆ ਤੇ ਸਾਡਾ ਫਰਜ਼ ਬਣਦਾ ਹੈ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਧਿਆਨ ਚ ਲਿਆਉਣੀ ਜਾਂ ਸਿੰਘ ਸਾਹਿਬ ਨੇ ਧਿਆਨ ਚ ਲਿਆਉਣੀ, ਜਾਂ ਜੇ ਕੋਈ ਸਵਾਲ ਹੈ, ਸ਼ੰਕਾ ਹੈ ਰਹਿਤ ਮਰਜ਼ਾਦਾ ਸੰਬੰਧੀ ਜਾਂ ਹੋਰ
ਤਾਂ ਵੀ ਸਾਡਾ ਉਹ ਉੱਥੇ ਨੂੰ ਚਿੱਠੀ ਲਿਖਣਾ ਤੇ ਉਹਨਾਂ ਤੋਂ ਜਾਣਕਾਰੀ ਸ਼ੰਕੇ ਦਾ ਸਮਾਧਾਨ ਕਰਨ ਦੇ ਲਈ ਜਾਂ ਸਵਾਲ ਪੁੱਛਣਾ, ਇਹ ਸਾਡੇ ਅਧਿਕਾਰ ਖੇਤਰ ਚ ਆਉਂਦਾ ਹੈ ਜੀ। ਇੱਕ ਸਿੱਖ ਹੋਣ ਦੇ ਨਾਤੇ ਮੈਂ ਸਮਝਦਾ ਹਾਂ ਕਿ ਸਾਡੇ ਅਧਿਕਾਰ ਖੇਤਰ ਚ ਆਉਂਦਾ ਜੀ। ਤੁਸੀਂ ਪਿਛਲੇ ਦਿਨੀ ਵੀ ਮੇਰਾ ਖਿਆਲ ਹੈ ਕਾਫੀ ਵਾਰ ਉਹਨਾਂ ਨੂੰ ਚਿੱਠੀਆਂ ਲਿਖੀਆਂ ਤੇ ਈਮੇਲ ਵੀ ਕੀਤੀਆਂ, ਫੋਨ ਵੀ ਕੀਤੇ, ਤੁਹਾਨੂੰ ਰਿਸਪੌਂਸ ਨਹੀਂ ਮਿਲਿਆ ਉਹਦੇ ਵਿੱਚ, ਤੇ ਤੁਸੀਂ ਫਿਰ ਹੁਣ ਇੱਕ ਵੱਡਾ ਸਾਰਾ ਖੁੱਲਾ ਪੱਤਰ ਲਿਖਿਆ। ਅਸਲ ਵਿੱਚ ਕਹਾਣੀ ਕੀ ਹੈ, ਬਿਹਾਈਂਡ ਸਟੋਰੀ ਸ਼ੁਰੂ ਤੋਂ ਦੱਸੋ, ਕੀ ਗੱਲਬਾਤ ਹੈ ਜੀ? ਇਹਦਾ ਜਿਹੜੇ ਤੁਸੀਂ ਪੱਤਰ ਦਾ ਜ਼ਿਕਰ ਕਰ ਰਹੇ ਹੋ, ਇਸ ਪੱਤਰ ਦਾ ਸੰਬੰਧ ਨਾਨਕਸ਼ਾਹੀ ਕੈਲੰਡਰ ਦੇ ਨਾਲ ਹੈ। ਤੇ ਪਿਛਲੇ 10 ਸਾਲਾਂ ਤੋਂ ਜੀ ਅਸੀਂ ਕੈਲੰਡਰ ਦੇ ਸੰਬੰਧ ਦੇ ਵਿੱਚ, ਜਦੋਂ ਤੋਂ ਉਹਨਾਂ ਨੇ ਅਕਤੂਬਰ 2009 ਤੋਂ ਇਹ ਆਈ ਸੀ ਕਿ ਖਬਰ ਕੋਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਕਹਿਣ ਦੇ ਉੱਤੇ ਜੀ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਰਨ ਲਈ ਇੱਕ ਕਮੇਟੀ ਬਣਾਈ ਗਈ ਸੀਗੀ। ਇਹ ਗਿਆਨੀ ਗੁਰਬਚਨ ਸਿੰਘ ਦਾ ਬਿਆਨ ਛਪਿਆ ਸੀਗਾ 2009 ਦੇ ਵਿੱਚ ਜੀ। ਉਦੋਂ ਹੀ ਉਹਨਾਂ ਨੂੰ ਚਿੱਠੀ ਲਿਖੀ ਸੀਗੀ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਜਦੋਂ ਤੁਸੀਂ ਜ਼ਿਕਰ ਕੀਤਾ ਆ ਤੇ ਸਾਨੂੰ ਇਹ ਦੱਸਿਆ ਜਾਵੇ ਵੀ ਕਿਹੜੇ ਕਿਹੜੇ ਸੱਜਣਾ ਨੇ, ਕਿਹੜੇ ਚਿੱਠੀਆਂ ਪਾਈਆਂ ਤੁਹਾਨੂੰ, ਤੇ ਕੀ ਉਹਨਾਂ ਨੂੰ ਇਤਰਾਜ਼ ਹੈਗੇ ਆ ਕੈਲੰਡਰ ਦੇ ਉੱਤੇ। ਤੁਹਾਨੂੰ ਜਵਾਬ ਮਿਲਿਆ ਸੀ ਕੋਈ ਜੀ? ਨਹੀਂ ਜੀ, ਜਵਾਬ ਦੇਣਾ ਤਾਂ ਉਹਨਾਂ ਦੀ ਕਹਿੰਦੇ ਮਰਜ਼ਾਦਾ ਭੰਗ ਹੋ ਜਾਊਗੀ ਜੇ ਕਿਸੇ ਨੂੰ ਜਵਾਬ ਦੇ ਦਿੱਤਾ ਤਾਂ ਜੀ। ਉਦੋਂ ਤੋਂ ਲੈ ਕੇ ਫਿਰ ਉਹਨਾਂ ਨੇ ਕੈਲੰਡਰ ਬਣਾਤਾ। ਉਸ ਕੈਲੰਡਰ ਦੇ ਵਿੱਚ ਕਿੰਨੇ ਨੁਕਸ ਸੀ। 2 ਮੈਂਬਰੀ ਕਮੇਟੀ ਭਾਈ ਹਰਨਾਮ ਸਿੰਘ ਧੁੰਮਾ ਤੇ ਭਾਈ ਅਵਤਾਰ ਸਿੰਘ ਮੱਕੜ ਨੇ ਬਣਾਈ। ਉਹਨਾਂ ਨੇ ਰਿਪੋਰਟ ਦਿੱਤੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਤਿੰਨੇ ਦਿਹਾੜੇ ਬਦੀ ਸੁਦੀ ਦੇ ਕਰਨ ਦੀ। ਸ਼੍ਰੋਮਣੀ ਕਮੇਟੀ ਨੇ ਉਸ ਵੇਲੇ 3 ਦਿਹਾੜੇ ਇਹ ਤੇ ਨਾਲ ਸੰਗਰਾਂਦਾਂ, ਜਿਹੜੀਆਂ ਕਿ 2 ਮੈਂਬਰੀ ਕਮੇਟੀ ਨੇ ਸੰਗਰਾਂਦਾਂ ਦਾ ਜ਼ਿਕਰ ਨਹੀਂ ਸੀ ਕੀਤਾ ਉਸ ਰਿਪੋਰਟ ਦੇ ਵਿੱਚ। ਉਸ ਰਿਪੋਰਟ ਦੀ ਕਾਪੀ ਵੀ ਸਾਨੂੰ ਮਿਲ ਗਈ ਸੀਗੀ ਜੀ। ਫਿਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਸੀਗੇ ਉਸ ਵੇਲੇ, ਉਹਨਾਂ ਨੂੰ ਚਿੱਠੀ ਲਿਖੀ ਵੀ ਤੁਹਾਡੇ ਵੱਲੋਂ ਬਣਾਈ ਗਈ ਕਮੇਟੀ ਰਿਪੋਰਟ ਤੇ ਆਹ ਦਿੰਦੀ ਆ ਤੇ ਸ਼੍ਰੋਮਣੀ ਕਮੇਟੀ ਕੈਲੰਡਰ ਕੋਈ ਹੋਰ ਛਾਪ ਰਹੀ ਆ ਜੀ। ਉਹਦਾ ਵੀ ਕੋਈ ਜਵਾਬ ਨਹੀਂ ਸੀ ਆਇਆ। ਤੇ ਫਿਰ ਸਮੇਂ-ਸਮੇਂ ਉਹ ਕੈਲੰਡਰ 'ਚ ਸੋਧਾਂ ਕਰਦੇ ਗਏ ਤੇ ਅਸੀਂ ਉਹਨਾਂ ਨੂੰ ਚਿੱਠੀਆਂ ਲਿਖਦੇ ਗਏ। ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸੇਵਾ ਸੰਭੀ ਆ ਜੀ, ਉਸ ਵੇਲੇ ਫਿਰ ਸਾਨੂੰ ਸੀਗਾ ਵੀ ਸ਼ਾਇਦ ਜਿੱਦਾਂ ਇਹਨਾਂ ਬਾਰੇ ਸੁਣਿਆ ਸੀਗਾ ਬਈ ਨੌਜਵਾਨ ਨੇ ਕੁਝ ਕਰਨ ਦਾ ਮਾਦਾ ਰੱਖਦੇ ਨੇ। ਗਿਆਨੀ ਗੁਰਬਚਨ ਸੋਹਣੀ ਤਾਂ ਜਿੱਦਾਂ ਉੱਤੇ ਮੱਚ ਮਰ ਜਾਂਦਾ ਦਿਹਾੜੀਆਂ ਲਾ ਬੰਦੇ ਦਾ, ਬਈ ਬੜੇ ਉਹ ਸੇਵਾਦਾਰ ਤੋਂ ਭਰਤੀ ਹੋ ਕੇ ਇੱਥੇ ਤੱਕ ਪਹੁੰਚੇ ਸੀ, ਬੜੇ ਸਮਝੌਤੇ ਕਰਨੇ ਪੈਂਦੇ ਆ ਵੀ ਪੜ੍ਹੇ। ਪਰ ਹਰਪ੍ਰੀਤ ਸਿੰਘ ਹੋਣੀ ਪੜ੍ਹੇ ਲਿਖੇ ਸੀ ਜੀ। ਉਹਨੂੰ ਵੀ ਚਿੱਠੀਆਂ ਲਿਖੀਆਂ ਪਰ ਕੋਈ ਫਾਇਦਾ ਨਹੀਂ ਹੋਇਆ। ਹਾਰ ਕੇ ਫਿਰ ਮੈਂ ਇਹ ਖੁੱਲਾ ਪੱਤਰ ਲਿਖਣਾ ਪਿਆ ਉਹਨਾਂ ਨੂੰ। ਪਰ ਘੱਟੋ ਘੱਟ ਉਹਨਾਂ ਤੱਕ ਪਹੁੰਚਦੀ ਹੈਗੀ ਆ, ਕਿਉਂਕਿ ਅੱਗੇ ਚਿੱਠੀ ਪਾਉਂਦੇ ਹੁਣ ਤਾਂ ਰਿਵਾਜ ਹੁੰਦਾ ਸੀ ਕਦੇ ਉਹ ਚਿੱਠੀ ਮਿਲੀ ਆ ਜਾਂ ਨਹੀਂ ਮਿਲੀ। ਹੁਣ ਤੇ ਪਿਛਲੇ ਬੜੇ ਲੰਬੇ ਸਮੇਂ ਤੋਂ ਈਮੇਲਾਂ ਦਾ ਦੌਰ ਚੱਲਦਾ। ਉਹ ਈਮੇਲ ਤਾਂ ਜਾਂ ਅਗਲੇ ਨੂੰ ਮਿਲਣੀ ਆ ਜਾਂ ਤੁਹਾਨੂੰ ਵਾਪਸ ਆ ਜਾਣੀ ਆ। ਇਹ ਤਾਂ ਨਹੀਂ ਉਹ ਕਹਿ ਸਕਦੇ ਕਿ ਨਹੀਂ ਮਿਲਦੀਆਂ ਚਿੱਠੀਆਂ ਜੀ। ਪਰ ਉੱਥੇ ਵੀ ਥੋੜ੍ਹਾ ਜਿਹਾ ਜਿਹੜਾ ਉਹਨਾਂ ਦਾ ਕੰਪਿਊਟਰ ਡਿਪਾਰਟਮੈਂਟ ਆ ਉਹਦੇ ਵਿੱਚ ਵੀ ਨੌਜਵਾਨ ਹੈਗੇ ਆ ਚੰਗੇ, ਜਿਹੜੇ ਨਵੇਂ ਮੁੰਡੇ ਪੜ੍ਹ ਕੇ ਆਏ ਆ ਜੀ। ਉਹ ਇੰਨਾ ਕੁ ਜ਼ਰੂਰ ਉਦਮ ਕਰ ਦਿੰਦੇ ਆ ਕਹੇ ਕੋਹੇ ਤੇ ਜਾਂ ਲਿਖੇ ਤੇ ਵੀ ਤੁਹਾਡਾ ਪੱਤਰ ਆ ਜਿਹੜਾ ਉਹ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਗਿਆ ਹੈ। ਇੰਨੀ ਕੁ ਰਸੀਦ ਆ ਜਾਂਦੀ ਆ ਚਿੱਠੀ ਦੀ, ਜਵਾਬ ਦੀ ਨਹੀਂ ਹੱਲੇ ਕੋਈ ਸੰਭਾਵਨਾ ਬਣੀ ਜੀ। ਅੱਛਾ, ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਚਿੱਠੀ ਮਿਲਦੀ ਹੈ ਪਰ ਜਵਾਬ ਅਜੇ ਤੱਕ ਉਹ 'ਚ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਦਾ ਨਹੀਂ ਮਿਲਿਆ ਤੁਹਾਨੂੰ? ਨਹੀਂ, ਜਵਾਬ ਨਹੀਂ ਉਹਨੇ ਕਿਸੇ ਦਾ ਵੀ ਦਿੱਤਾ। ਮੈਨੂੰ ਬਹੁਤ ਦੇਰ ਹੋ ਗਈ ਚਿੱਠੀਆਂ ਲਿਖਦੇ ਨੂੰ, 2 ਦਹਾਕੇ ਹੀ ਹੋ ਗਏ ਆ। ਕਦੇ ਵੀ ਉਹਨਾਂ ਨੇ ਖੇਚਲ ਨਹੀਂ ਕੀਤੀ ਹੈ ਬਈ ਅਗਲੇ ਦਾ ਜਵਾਬ ਦੇ ਦਈਏ। ਹੋਰ ਕਈਆਂ ਨੂੰ ਮਿਲਦੇ ਵੀ ਹੈਗੇ ਆ, ਉਹ ਧੰਨਵਾਦ ਵੀ ਕਰਦੇ ਆ। ਉਹ ਪਤਾ ਨਹੀਂ ਵੀ ਹੁਣ ਕਿਹੜੇ ਹਾਲਾਤਾਂ 'ਚ ਉਹਨਾਂ ਨੂੰ ਮਿਲਦਾ ਆ। ਤੁਹਾਡੇ ਸਵਾਲ ਕਿਹੜੇ ਆ ਵੈਸੇ? ਹਾਂਜੀ, ਤੁਹਾਡੇ ਉਹ ਸਵਾਲ ਕਿਹੜੇ ਆ ਵੀ ਜਿਹੜੇ ਮੇਨ ਸਵਾਲ ਨੇ ਜਿਹੜੇ ਤੁਸੀਂ ਜਥੇਦਾਰ ਸਾਹਿਬ ਉਹਨੂੰ ਪੁੱਛਣਾ ਚਾਹੁੰਦੇ ਹੋ? ਹੁਣ ਦਾ ਪੱਤਰ ਦਾ ਜਿਹੜਾ ਸੰਬੰਧ ਹੈਗਾ ਉਹ ਨਾਨਕਸ਼ਾਹੀ ਕੈਲੰਡਰ ਦੇ ਨਾਲ ਹੈ ਜੀ। ਜੀ। ਉਹਨਾਂ ਨੂੰ ਪਿਛਲੇ ਸਾਲ ਅਸੀਂ ਇੱਕ ਮਾਰਚ ਦੇ ਮਹੀਨੇ ਇੱਥੇ ਸਰਦਾਰ ਪਾਲ ਸਿੰਘ ਪੁਰੇਵਾਲ ਹੋਣਾ ਨੇ ਆਏ ਸੀਗੇ ਤੇ 2-3 ਦਿਨ ਲਾ ਕੇ ਉਹਨਾਂ ਦੀ ਸਾਰੀ ਹਿਸਟਰੀ ਤੇ ਸਾਰਾ ਰਿਕਾਰਡਿੰਗ ਕੀਤੀ ਸੀਗੀ। ਕੈਲੰਡਰ ਕਿਵੇਂ ਬਣਿਆ, ਕੀ ਹੋਇਆ, ਉਹਨਾਂ ਦੇ ਬਾਰੇ ਸਾਰੀ ਕਾਫੀ ਲੰਬੀ ਚੌੜੀ ਹੈਗੀ ਗੱਲਬਾਤ। ਉਹ YouTube ਤੇ ਉਪਲਬਧ ਆ। ਉਦੋਂ ਇਹਨਾਂ ਨੂੰ ਇੱਕ ਚਿੱਠੀ ਲਿਖੀ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਜੀ। ਉਦੋਂ ਬਾਅਦ ਉਹੀ ਚਿੱਠੀ ਨੂੰ ਈਮੇਲ ਰਾਹੀਂ ਭੇਜਿਆ, ਇੱਥੋਂ ਵੀ ਆਪਣੇ ਬੇਕਰਫੀਲਡ ਤੋਂ ਵੀ ਤੇ ਮੇਲ ਰਾਹੀਂ ਵੀ ਭੇਜਿਆ। ਫਿਰ ਸਰਦਾਰ ਪਾਲ ਸਿੰਘ ਪੁਰੇਵਾਲ ਉਹਨਾਂ ਨੇ ਆਪਣੇ ਘਰ ਜਾ ਕੇ ਉਹੀ ਚਿੱਠੀ ਉੱਥੋਂ ਐਡਮਿੰਟਨ ਤੋਂ ਮੇਲ ਰਾਹੀਂ ਭੇਜੀ ਤੇ ਅਸੀਂ ਕਾਫੀ ਈਮੇਲਾਂ ਦੇ ਨਾਲ ਜਿਹੜਾ ਸਾਡਾ
ਸੰਬੰਧਿਤ ਬੰਦੇ ਸੀਗੇ ਇਸ ਦੇ ਨਾਲ ਜਾਂ ਹਮਦਰਦ ਸੀ, ਜੀ ਉਹਨਾਂ ਸਾਰਿਆਂ ਨੇ ਈਮੇਲਾਂ ਰਾਹੀਂ ਚਿੱਠੀਆਂ ਉਹ ਸਿੰਘ ਸਾਹਿਬ ਨੂੰ ਭੇਜੀਆਂ। ਜੀ ਫਿਰ ਉੱਥੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਨੌਜਵਾਨ ਉਹ ਅਕਸਰ ਉੱਥੇ ਜਾਂਦੇ ਰਹਿੰਦੇ ਆ ਪਿੰਡਾਂ ਦੇ ਵਿੱਚ ਦੌਰਾ ਕਰਨ, ਤੇ ਉਹਨਾਂ ਨੂੰ ਅਸੀਂ ਕਿਹਾ ਤੇ ਉਹ ਵੀ ਅੰਮ੍ਰਿਤਸਰ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਦੇ ਵਿੱਚ ਉਹਨਾਂ ਦੇ ਪੀਏ ਨੂੰ ਹੱਥੀਂ ਉਹ ਚਿੱਠੀ ਦੇ ਕੇ ਆਏ ਸੀ। ਸ਼ਾਇਦ 19 ਅਪ੍ਰੈਲ ਦੀ ਗੱਲ ਹੈ, ਪਿਛਲੇ ਸਾਲ ਦੀ ਇਹ। ਜੀ ਉਦੋਂ ਬਾਅਦ ਸਰਦਾਰ ਪਾਲ ਸਿੰਘ ਪੁਰੇਵਾਲ ਹੁਣੀ ਨਵੰਬਰ ਦੇ ਵਿੱਚ ਜਾ ਕੇ ਸਿੰਘ ਸਾਹਿਬ ਨੂੰ ਮਿਲਦੇ ਆ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜੀ ਅੰਮ੍ਰਿਤਸਰ ਵੀ ਮੈਂ ਆਇਆ ਹੁਣ, ਤੇ ਤੁਸੀਂ ਜੇ ਕੋਈ ਗੱਲਬਾਤ ਜਾਂ ਕੋਈ ਸਵਾਲ ਜਾਂ ਕੋਈ ਸ਼ੰਕਾ ਹੈਗਾ ਆ ਤੇ ਵਿਰੋਧੀਆਂ ਨੂੰ ਸੱਦ ਲਓ ਤੇ ਆਪਾਂ ਬੈਠ ਕੇ ਗੱਲ ਕਰ ਲਈਏ। ਜੀ ਅੰਮ੍ਰਿਤਸਰ ਤੋਂ ਹੋ ਕੇ ਫਿਰ ਉਹ ਪਾਕਿਸਤਾਨ ਗਏ ਸੀਗੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਵਾਪਸ ਆ ਕੇ ਉਹਨਾਂ ਨੇ ਅੰਮ੍ਰਿਤਸਰ ਸੈਮੀਨਾਰ ਕੀਤਾ, ਪਟਿਆਲੇ ਯੂਨੀਵਰਸਿਟੀ ਦੇ ਵਿੱਚ ਸੈਮੀਨਾਰ ਹੋਏ, ਹੋਰ 2-3 ਇੱਧਰ ਉੱਧਰ ਜਾਣੀ ਸੈਮੀਨਾਰ ਉੱਥੇ ਉਹ ਰਹੇ। ਤੇ ਪਰ ਜਥੇਦਾਰ ਸਾਹਿਬ ਨੇ ਕੋਈ ਹੰਗਾਰਾ ਨਹੀਂ ਭਰਿਆ ਕਿ ਮੈਂ ਵਿਰੋਧੀਆਂ ਨੂੰ ਵੀ ਸੱਦ ਲਵਾਂ। ਉਸ ਤੋਂ ਬਾਅਦ ਕਰਨਲ ਸਰਜੀਤ ਸਿੰਘ ਨਿਸ਼ਾਨ ਜਿਹੜੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਹੈ, ਉਹ ਵੀ ਜਥੇਦਾਰ ਸਾਹਿਬ ਨੂੰ ਸ਼ਾਇਦ ਦਸੰਬਰ ਦੇ ਵਿੱਚ ਉਹ ਮਿਲੇ ਸੀਗੇ ਜੀ। ਉਹਨਾਂ ਨੇ ਵੀ ਇਹੀ ਗੱਲ ਕਹੀ। ਹੁਣ ਜੇ ਦੋਨੇ ਹੀ ਧਿਰਾਂ ਜਿਹੜੇ ਕੈਲੰਡਰ ਬਣਾਉਣ ਵਾਲੇ ਉਹਦੇ ਵਿਰੋਧੀ ਵੀ ਹੈਗੇ ਆ, ਦੋਨੇ ਹੀ ਧਿਰਾਂ ਜਾ ਕੇ ਜਥੇਦਾਰ ਸਾਹਿਬ ਨੂੰ ਮਿਲੀਆਂ, ਫਿਰ ਵੀ ਜਥੇਦਾਰ ਸਾਹਿਬ ਕੋਈ ਹੰਗਾਰਾ ਨਾ ਭਰੇ, ਫਿਰ ਹੈਰਾਨੀ ਹੁੰਦੀ ਆ ਵੀ ਗੜਬੜ ਕਿੱਥੇ ਆ। ਤੁਸੀਂ ਕਿੱਥੇ ਮੰਨਦੇ ਹੋ ਜੀ, ਕਾਰਨ ਕੀ ਹੈ? ਇਹਦੀ ਜੜ ਤੱਕ ਕਦੇ ਜਾਣ ਦੀ ਕੋਸ਼ਿਸ਼ ਕੀਤੀ ਵੀ ਜਥੇਦਾਰ ਸਾਹਿਬ ਤੁਹਾਨੂੰ ਜਵਾਬ ਨਹੀਂ ਦੇ ਰਹੇ? ਇਹਦੇ ਜੜ ਦੇ ਪਿੱਛੇ ਬਿਹਾਈਂਡ ਰੀਜ਼ਨ ਕਿਹੜੇ ਨੇ? ਇਹਦੇ ਤਾਂ ਪਿੱਛੇ ਇਹੀ ਆ ਵੀ ਜੋ ਸ਼੍ਰੋਮਣੀ ਕਮੇਟੀ ਦੇ ਕਹਿੰਦੇ ਤਾਂ ਹੈਗੇ ਆ ਵੀ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲ ਕਰੋ। ਨਹੀਂ ਜੀ ਨਹੀਂ, ਇਹ ਤਾਂ ਸਿੰਘ ਸਾਹਿਬ ਜਿੱਦਾਂ ਕਹਿਣਗੇ ਉਦਾਂ ਹੋਊਗੀ। ਤੇ ਮੇਰੇ ਨਹੀਂ ਖਿਆਲ ਚ ਹੈ ਵੀ ਸਿੰਘ ਸਾਹਿਬ ਕੋਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਬਾਹਰੀ ਹੋ ਕੇ ਗੱਲ ਕਰ ਸਕਦੇ ਆ। ਮੈਨੂੰ ਤਾਂ ਇਹੀ ਲੱਗਾ ਆ ਵੀ ਉਹ ਉਹਨਾਂ ਦੇ ਮੁਤਾਬਕ ਉਹ ਚੱਲਦੇ ਹੈਗੇ ਆ। ਪਰ ਠੀਕ ਆ, ਤੁਹਾਨੂੰ ਸਾਨੂੰ ਕਹਿਣ ਦੇ ਲਈ ਕੋਈ ਸ਼ਰਧਾ ਦੇ ਬਸ, ਸਤਿਕਾਰ ਦੇ ਬਸ, ਜਾਂ ਜਿੰਨਾ ਕੁ ਸਾਡਾ ਗਿਆਨ ਆ ਉਹਦੇ ਮੁਤਾਬਕ ਅਸੀਂ ਉਹ ਅਹੁਦੇ ਦੇ ਮੁਤਾਬਕ ਉਹਨਾਂ ਦਾ ਸਤਿਕਾਰ ਕਰਦੇ ਹੈਗੇ ਆ। ਤੇ ਇਸੇ ਦਾ ਉਹ ਨਜਾਇਜ਼ ਫਾਇਦਾ ਉਠਾ ਰਹੇ ਆ ਸ਼੍ਰੋਮਣੀ ਕਮੇਟੀ ਵਾਲੇ ਵੀ। ਬਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂ ਦੇ ਉੱਤੇ ਜੋ ਮਰਜ਼ੀ ਇਹਨਾਂ ਨੂੰ ਕਹਿ ਦਿਓ, ਇਹਨੇ ਮੰਨ ਲੈਣਾ ਆ। ਪਰ ਹੁਣ ਉਹ ਜਿਹੜਾ ਜਦੋਂ ਤੱਥ ਹੁੰਦੇ ਆ ਸਾਹਮਣੇ, ਫਿਰ ਉਹ ਸਿਰ ਸਿੱਟ ਕੇ ਕੋਈ ਵੀ ਗੱਲ ਮੰਨਣ ਨੂੰ ਫਿਰ ਹੌਸਲਾ ਜਾਂ ਨਹੀਂ ਪੈਂਦਾ ਬਈ ਐਵੇਂ ਹਰੇਕ ਗੱਲ ਦੇ ਉੱਤੇ ਭਾਣਾ ਮੰਨੀ ਜਾਈਏ। ਵੀ ਤੱਥ ਸਾਡੇ ਸਾਹਮਣੇ ਪਏ ਆ, ਉਹਨਾਂ ਦੇ ਤਾਂ ਮੁਤਾਬਕ ਹੀ ਗੱਲ ਕਰਨੀ ਪਊਗੀ। ਤੁਸੀਂ ਜਿਹੜੇ ਤੁਹਾਡੇ ਪ੍ਰਮੁੱਖ ਸਵਾਲ ਨੇ, ਜਿਹੜੇ ਫੈਕਟ ਨੇ, ਸੰਗਤ ਨੂੰ ਥੋੜਾ ਦੱਸਣ ਦੀ ਕਿਰਪਾਲਤਾ ਕਰੋ ਜੀ, ਵੀ ਉਹ ਕਿਹੜੇ ਤੱਥ ਨੇ, ਕਿਹੜੀਆਂ ਗਲਤੀਆਂ? ਇਹਦਾ ਕੋਈ ਸਵਾਲ ਨਹੀਂ ਹੈਗਾ ਜੀ। ਇਹ ਤਾਂ ਕੈਲੰਡਰ ਦੇ ਬਾਰੇ, ਨਾਨਕਸ਼ਾਹੀ ਕੈਲੰਡਰ ਦੇ ਬਾਰੇ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾਂਦੇ ਕੈਲੰਡਰ ਦੇ ਵਿੱਚ ਕੀ ਨੁਕਸਿਆ, ਕਿਉਂ ਨਾਨਕਸ਼ਾਹੀ ਬਣਾਉਣਾ ਪਿਆ, ਇਹਦੇ ਬਾਰੇ ਬਹੁਤ ਕੁਝ ਸਾਹਮਣੇ ਆ ਚੁੱਕਾ ਆ। ਅੱਛਾ, ਇੱਕ ਤੁਸੀਂ ਆਹ ਲਿਖਦੇ ਹੁੰਦੇ ਵੀ ਇਤਿਹਾਸਿਕ ਦਿਹਾੜਿਆਂ ਦਾ ਘਾਣ ਕਰ ਰਹੀ ਹੈ ਸ਼੍ਰੋਮਣੀ ਕਮੇਟੀ। ਕੋਈ ਖਾਸ 1-2 ਇਤਿਹਾਸਿਕ ਦਿਹਾੜੇ ਦੱਸ ਸਕਦੇ ਹੋ? ਇਹਦੇ ਵਿੱਚ ਜਿਹੜਾ ਆਪਣਾ ਹੈਗਾ ਆ ਗੁਰੂ ਸਾਹਿਬ ਦੇ, ਕਿਉਂਕਿ ਇਹਨਾਂ ਦਾ ਜਿਹੜਾ ਕੈਲੰਡਰ ਹੈ ਨਾ ਉਹ ਹੈਗਾ ਆ 3 ਕੈਲੰਡਰਾਂ ਦਾ ਮਲਗੋਬਾ ਬਣਾਉਂਦੇ ਆ ਇਹ ਸ਼੍ਰੋਮਣੀ ਕਮੇਟੀ ਵਾਲੇ। ਹੁਣ ਜਿਹੜੀ ਤੁਹਾਡਾ ਸਵਾਲ ਹੈਗਾ ਆ, ਜੇ ਅਸੀਂ ਇਸੇ ਸਾਲ ਦਾ ਕੈਲੰਡਰ ਦੇਖੀਏ, ਹਾਂਜੀ ਬਿਲਕੁਲ, 1 ਚੇਤ ਤੋਂ ਲੈ ਕੇ 30 ਫੱਗਣ ਤੱਕ ਇਹ ਕੈਲੰਡਰ ਚੱਲਦਾ ਆ ਜੀ। ਇੱਥੋਂ ਹੋ ਗਿਆ ਵੀ ਸ਼੍ਰੋਮਣੀ ਕਮੇਟੀ ਦਾ ਕੈਲੰਡਰ 1 ਚੇਤ ਨੂੰ ਸ਼ੁਰੂ ਹੁੰਦਾ ਆ, 14 ਮਾਰਚ ਨੂੰ। ਇਹ ਜਿਹੜਾ ਬਿਕਰਮੀ ਸਾਲ ਆ, ਇਸ ਦਿਨ ਸੂਰਜੀ ਬਿਕਰਮੀ ਸਾਲ ਸ਼ੁਰੂ ਹੁੰਦਾ ਆ। ਸਾਨੂੰ ਉਹ ਕੈਲੰਡਰ ਦੇਖ ਕੇ ਸਾਨੂੰ ਪਤਾ ਲੱਗ ਗਿਆ ਵੀ ਉਹ ਸਾਲ ਕਿਹੜਾ ਆ ਜੀ। ਹੁਣ ਜਿਹੜਾ ਸਾਲ 365 ਦਿਨਾਂ ਦਾ ਆ, ਉਹ ਪਿਛਲੇ ਸਾਲ ਵੀ 14 ਮਾਰਚ ਨੂੰ ਸ਼ੁਰੂ ਹੋਇਆ ਸੀ, ਐਤਕੀ ਵੀ 14 ਮਾਰਚ ਨੂੰ ਸ਼ੁਰੂ ਹੋਇਆ ਸੀ। ਉਹਦੇ ਵਿੱਚ ਜਿਹੜੇ ਦਿਹਾੜੇ ਆਉਣੇ ਆ ਉਹ ਹਰ ਸਾਲ ਉਸੇ ਤਰੀਕ ਨੂੰ ਆਉਣੇ ਆ ਮੁੜ ਕੇ। ਬਿਲਕੁਲ। ਇਸ ਕੈਲੰਡਰ ਦੇ ਵਿੱਚ ਜਿਹੜੀ ਵਿਸਾਖੀ ਆ, ਉਹ ਪਿਛਲੇ ਤੁਸੀਂ ਆਮ ਸਰੋਤਿਆਂ ਕੋਲ ਨਹੀਂ ਹੋਣਗੇ, ਪਰ ਮੈਂ ਜਿਹੜੇ ਦਿਨ ਦਾ ਜ਼ਿਕਰ ਕਰਨ ਲੱਗਾ ਉਹ ਤਾਂ ਸਾਰਿਆਂ ਨੂੰ ਪਤਾ। ਹਰ ਸਾਲ 1 ਵਿਸਾਖ ਨੂੰ ਆਉਂਦੀ ਆ ਵਿਸਾਖੀ ਇਹਦੇ ਵਿੱਚ। ਹਾਂਜੀ। ਜੇ ਹਰ ਸਾਲ 1 ਵਿਸਾਖ ਨੂੰ ਵਿਸਾਖੀ ਆਉਂਦੀ ਆ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 8 ਪੋਹ ਨੂੰ ਆਉਂਦਾ ਆ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 13 ਪੋਹ ਨੂੰ ਆਉਂਦਾ। ਇਹਦੇ ਵਿੱਚ ਇੱਥੋਂ ਪਤਾ ਲੱਗ ਗਿਆ ਵੀ ਇਹ ਕੈਲੰਡਰ ਕਿਹੜਾ ਆ। ਕੈਲੰਡਰ ਆ 365 ਦਿਨਾਂ ਦਾ, ਸੂਰਜੀ ਬਿਕਰਮੀ। ਚਲੋ ਸਾਲ ਦੀ ਲੰਬਾਈ ਵੱਧ ਘੱਟ ਆ, ਉਹ ਇੱਥੇ ਵਿਸ਼ਾ ਨਹੀਂ ਹੈਗਾ ਸਾਡਾ ਜੀ। ਇਸ ਕੈਲੰਡਰ ਦੇ ਵਿੱਚ ਜਦੋਂ ਅਸੀਂ ਅਕਾਲ ਤਖ਼ਤ ਦੀ ਸਿਰਜਣਾ ਦਿਹਾੜਾ ਜਿਹੜਾ ਹੈਗਾ ਆ, ਜਾਂ ਜਿਹਨੂੰ ਨੀਂਹ ਪੱਥਰ ਕਹਿ ਸਕਦੇ ਆ, ਜਾਂ ਜਿਹੜਾ ਅਕਾਲ ਤਖ਼ਤ ਦਾ ਦਿਹਾੜਾ ਬਣਾਇਆ ਜੀ,
ਉਹ ਮੈਂ ਪਿਛਲੇ 5 ਸਾਲਾਂ ਦਾ ਨੋਟ ਕੀਤਾ। ਉਹ ਵੀ ਸੂਰਜੀ ਦੇ ਮੁਤਾਬਕ ਆ, ਜਿਵੇਂ ਇੱਕ ਵਿਸਾਖ ਇੱਕ ਨੂੰ ਆਉਂਦੀ ਆ, ਉਹ ਹਰ ਸਾਲ 18 ਹਾੜ ਨੂੰ ਆਉਂਦਾ ਆ ਜੀ। ਉਹ ਇਤਿਹਾਸ ਦੱਸਦਾ ਆ ਵੀ ਥੜਾ ਬਣਾ ਕੇ ਚਲੋ। ਬਾਬੇ ਬੁੱਢੇ ਨੇ ਉਹਦੇ ਵਿੱਚ ਲਿਖਿਆ ਆ, ਗੁਰਬਰਾਸ ਪਾਤਸ਼ਾਹ ਛੇਵੇਂ ਬੁੱਢੇ ਔਰ ਗੁਰਦਾਸ ਬਣਾਇਓ, ਕਿਸੇ ਰਾਜ ਨੇ ਹੱਥ ਨਾ ਲਾਇਓ। ਇਸ ਗੱਲ ਨਾਲ ਅਸੀਂ ਸਹਿਮਤ ਹੋਈਏ ਨਾ ਹੋਈਏ, ਉਹ ਇੱਕ ਵੱਖਰਾ ਵਿਸ਼ਾ ਹੋ ਜਾਂਦਾ। ਪਰ ਇਤਿਹਾਸ ਸਾਨੂੰ ਇਹ ਦੱਸਿਆ ਜਾਂਦਾ ਰਾਖੀਆਂ ਢਾਡੀਆਂ ਪ੍ਰਚਾਰਕਾਂ ਦੁਆਰਾ ਵੀ ਥੜਾ ਬਣਾ ਕੇ ਤੇ ਗੁਰੂ ਸਾਹਿਬ ਨੇ ਉਹਦੇ ਉੱਤੇ ਬੈਠ ਕੇ ਤੇ ਫੇਰ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਸੀ ਜੀ। ਉਹ ਹੈਗਾ ਸਾਡਾ ਦਿੱਲੀ ਦੇ ਤਖਤ ਨੂੰ ਚੈਲੰਜ ਆ, ਬਗਾਵਤ ਦਾ ਪ੍ਰਤੀਕ ਆ ਉਹ ਜੀ। ਹੁਣ ਥੜਾ ਬਣਨ ਤੋਂ ਬਾਅਦ ਗੁਰੂ ਸਾਹਿਬ ਨੇ ਉੱਥੇ ਸਟੇਜ ਲਾ ਕੇ ਤੇ ਖੁੱਲੇ ਥਾਂ ਦੇ ਵਿੱਚ ਤੇ ਫੇਰ ਉਹ ਥੜੇ ਦੇ ਉੱਤੇ ਬੈਠ ਕੇ 2 ਤਲਵਾਰਾਂ ਪਹਿਨੀਆਂ ਸੀ। ਥੜਾ ਬਣਦਾ ਆ ਆਪਣੇ 18 ਹਾੜ ਨੂੰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਦੇ ਮੁਤਾਬਕ ਹਰ ਸਾਲ ਜੀ। ਪਰ ਜਿਹੜਾ ਮੀਰੀ ਪੀਰੀ ਦਾ ਹੈਗਾ ਉਹ ਇਸ ਸਾਲ ਹੈਗਾ ਆ 17 ਹਾੜ ਦਾ। ਥੜਾ ਬਣਨ ਤੋਂ 1 ਦਿਨ ਪਹਿਲਾਂ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਲੇ ਦਿਨ ਪਹਿਨੀਆਂ ਗਈਆਂ ਜੀ। ਥੜਾ ਸਾਹਿਬ ਬਣਿਆ ਉਦੋਂ ਅਗਲੇ ਦਿਨ। ਸ਼੍ਰੋਮਣੀ ਕਮੇਟੀ ਦਾ ਕੈਲੰਡਰ ਕਹਿੰਦਾ ਪਿਛਲੇ ਸਾਲ ਜਿਹੜਾ ਆ ਥੜਾ ਬਣਦਾ 18 ਹਾੜ ਨੂੰ ਤੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਜਾਂਦੀਆਂ 27 ਹਾੜ ਨੂੰ, ਥੜਾ ਬਣਨ ਤੋਂ 11 ਦਿਨ ਬਾਅਦ ਦੇ ਵਿੱਚ। ਉਦੋਂ ਪਿਛਲੇ ਸਾਲ ਥੜਾ ਬਣਦਾ ਆ 18 ਹਾੜ ਨੂੰ, ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਜਾਂਦੀਆਂ 7 ਸਾਵਣ ਨੂੰ ਜਾ ਕੇ। 12 ਦਿਨ ਉਹਦੇ, 7 ਦਿਨ ਉਹਦੇ, 19 ਦਿਨ ਮਗਰੋਂ। ਉਦੋਂ ਪਹਿਲਾ ਸਾਲ ਆ ਜਿਹੜਾ ਉਹ ਥੜਾ ਬਣਦਾ 18 ਹਾੜ ਨੂੰ ਤੇ ਮੀਰੀ ਪੀਰੀ ਦਾ ਹੈਗਾ ਆ 19 ਹਾੜ, 1 ਦਿਨ ਮਗਰੋਂ। ਇਹ ਮੰਨਿਆ ਜਾ ਸਕਦੀ ਆ ਗੱਲ ਵੀ ਅੱਜ ਤੋਂ ਖੜਕ ਤਿਆਰ ਹੋ ਗਿਆ, ਅਗਲੇ ਦਿਨ ਹੋ ਗਏ। ਉਦੋਂ ਪਿਛਲੇ ਸਾਲ ਦੀ ਜੇ ਤਰੀਕ ਅਸੀਂ ਦੇਖੀਏ ਉਹ ਖੜੇ ਦੀ 18 ਹਾੜ ਹੈਗੀ ਤੇ ਮੀਰੀ ਪੀਰੀ ਦੀ ਬਣ ਗਈ 31 ਹਾੜ, 11 ਦਿਨ 11 ਦੀ ਡਿਫਰੈਂਸ ਹੈਗਾ, ਉਹ ਚ ਵਾਧੇ ਹੋ ਗਏ ਜੀ। ਉਦੋਂ ਪਿਛਲੇ ਸਾਲ ਦਾ ਜੇ ਹੋਰ ਪਿਛਲੇ ਸਾਲ ਚੱਲ ਜੀਏ ਥੜਾ 18 ਨੂੰ ਬਣਦਾ ਤੇ ਮੀਰੀ ਪੀਰੀ ਦੀਆਂ ਤਲਵਾਰਾਂ ਪਹੁੰਚਦੀਆਂ ਜਾ ਕੇ 11 ਸਾਵਣ ਨੂੰ। ਹੁਣ ਜੇ ਥੜਾ ਉਦਣੀ ਬਣਦਾ ਆ ਤਾਂ ਮੀਰੀ ਪੀਰੀ ਦੀ ਤਲਵਾਰ ਪਹਿਨਣ ਦਾ ਦਿਨ ਕਿਉਂ ਬਦਲੀ ਹੋ ਜਾਂਦਾ ਹਰ ਸਾਲ? ਹੁਣ ਇਦੋਂ ਵੱਡਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹੀ ਲਿਖੀ ਸੀ ਵੀ ਜਿਹੜੇ ਤਖਤ ਤੇ ਤੁਸੀਂ ਬਿਰਾਜਮਾਨ ਹੋ, ਬਿਲਕੁਲ ਇਤਿਹਾਸ ਤਾਂ ਦੇਖ ਲਓ ਆਪਣੇ ਕੈਲੰਡਰ ਦੇ ਵਿੱਚ ਜੀ। ਹੁਣ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਹਰ ਦਿਹਾੜਾ ਮੁੜ ਕੇ ਹਰ ਸਾਲ ਉਸੇ ਤਰੀਕ ਨੂੰ ਆਉਣਾ ਇਸ ਕੈਲੰਡਰ ਦੇ ਵਿੱਚ ਜੀ। ਸਾਰਾ ਕੈਲੰਡਰ ਦੇਖ ਲਓ, ਹੋਲਾ ਮਹੱਲਾ ਦਰਜ ਨਹੀਂ ਹੈ। ਅੱਛਾ, ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ ਦਰਜ ਹੈ ਹੀ ਨਹੀਂ ਜੀ? ਨਹੀਂ ਜੀ। ਕਿਸੇ ਵੀ ਆ ਜਿੰਨੇ ਤੁਹਾਡੇ ਸਰੋਤੇ ਸੁਣਨ ਤੇ ਆਪਣੇ ਦਰਸ਼ਕ ਦੇਖਣਗੇ ਇਸ ਪ੍ਰੋਗਰਾਮ ਨੂੰ, ਉਹਨਾਂ ਨੂੰ ਮੈਂ ਬੇਨਤੀ ਕਰਦਾ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ 4 ਸਪੈਲਿੰਗ ਆ sgpc.net। ਉੱਥੇ ਜਾ ਕੇ ਨਾਨਕਸ਼ਾਹੀ ਕੈਲੰਡਰ ਡਾਊਨਲੋਡ ਕਰ ਲਾ ਜੀ। ਦੇਖੋ ਵੀ ਹੋਲਾ ਮਹੱਲਾ ਹੈਗਾ, ਪੂਰੇ ਸਾਲ ਚ ਹੋਲਾ ਮਹੱਲਾ ਹੈ ਨਹੀਂਗਾ। ਉਹੀ ਤਾਂ ਕਰਨ ਦੱਸਦੇ ਕਮੇਟੀ ਨੂੰ ਭੁੱਲ ਗਿਆ ਕਿ ਉਹਨਾਂ ਨੇ ਹੋਲਾ ਮਹੱਲਾ ਮਨਾਉਣਾ ਬੰਦ ਕਰ ਦਿੱਤਾ ਜਾਂ ਇਹਦਾ ਕੋਈ ਹੋਰ ਕਾਰਨ ਆ? ਇਹ ਦੱਸੋ ਕੌਣ ਸਾਨੂੰ। ਹੋਲਾ ਮਹੱਲਾ ਨੂੰ ਜਿੱਥੇ ਤੱਕ ਮੈਂ ਸੁਣਿਆ ਨਿਹੰਗ ਸਿੰਘ ਜਥੇਬੰਦੀਆਂ ਬੜੇ ਉਤਸਵ ਨਾਲ ਮਨਾਉਂਦੀਆਂ, ਬੜੇ ਜੋਸ਼ੋ ਖਰੋਸ਼ ਨਾਲ ਮਨਾਉਂਦੀਆਂ। ਕੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਨਹੀਂ ਇਹ ਸਵਾਲ ਚੁੱਕੇ ਗਏ ਕਦੀ ਜੀ? ਨਹੀਂ ਜੀ, ਕਿਸੇ ਨੇ ਸਵਾਲ ਚੱਕਿਆ? ਮੈਂ ਤਾਂ ਤੁਹਾਡੇ ਸਾਹਮਣੇ ਦੱਸਿਆ ਵੀ ਮੈਂ ਕੋਲੋਂ ਕੁਝ ਨਹੀਂ ਕਹਿ ਰਿਹਾ। sgpc.net ਦੇ ਉੱਤੇ ਜਾ ਕੇ ਅੱਜ ਕੈਲੰਡਰ ਡਾਊਨਲੋਡ ਕਰੋ ਸ਼੍ਰੋਮਣੀ ਕਮੇਟੀ ਦਾ। 365 ਦਿਨਾਂ ਦੇ ਵਿੱਚ ਉੱਥੇ ਹੋਲਾ ਮਹੱਲਾ ਹੈ ਨਹੀਂਗਾ। ਹੁਣ ਆ ਸਵਾਲ ਅਸੀਂ ਜੇ ਸ਼੍ਰੋਮਣੀ ਕਮੇਟੀ ਨੂੰ ਨਾ ਪੁੱਛਾਂਗੇ ਫਿਰ ਕਿਹਨੂੰ ਪੁੱਛਾਂਗੇ? ਹਾਂਜੀ ਬਿਲਕੁਲ ਬਣਦੇ ਸਵਾਲ, ਵਾਜਬ ਸਵਾਲ ਨੇ ਤੁਹਾਡੇ। ਤੇ ਹੁਣ ਜੇ ਅਸੀਂ ਇਹ ਮੰਗ ਕਰਦੇ ਹਾਂ ਤੁਸੀਂ ਮੰਗ ਇਹ ਕਰ ਰੱਖਦੇ ਹੋ ਵੀ ਤੁਹਾਨੂੰ ਹੁਣ ਤੱਕ ਅੱਜ ਤੱਕ ਕਿਸੇ ਜਥੇਦਾਰ ਨੇ ਕੋਈ ਜਵਾਬ ਨਹੀਂ ਦਿੱਤਾ, ਤੇ ਤੁਹਾਡਾ ਨੈਕਸਟ ਸਟੈਪ ਕੀ ਹੋ ਸਕਦਾ? ਤੁਸੀਂ ਸੋਚਿਆ ਵੀ ਅਸੀਂ ਇਹ ਕੰਮ ਜਿਹੜਾ ਵੀ ਉਹਨਾਂ ਨੂੰ ਮਿਲ ਕੇ ਜੋ ਮੰਨ ਲਿਆ ਵੀ ਤੁਹਾਡੇ ਉਹ ਚਿੱਠੀਆਂ ਦਾ ਜਵਾਬ ਨਹੀਂ ਦੇ ਰਹੇ, ਕਦੇ ਸੋਚਿਆ ਵੀ ਤੁਸੀਂ 5-7 ਜਿੰਨੇ ਵੀ ਤੁਸੀਂ ਵਿਦਵਾਨ ਸੱਜਣ ਹੋ ਵੀ ਜਾ ਕੇ ਉਹਨਾਂ ਨੂੰ ਪਰਸਨਲੀ ਮਿਲਿਆ ਜਾਵੇ ਟਾਈਮ ਲੈ ਕੇ? ਪਿਛਲੇ ਸਾਲ ਉਹਨਾਂ ਨੂੰ ਮੈਂ ਤੁਹਾਨੂੰ ਦੱਸਿਆ ਵੀ ਸਰਦਾਰ ਪਾਲ ਸਿੰਘ ਪੁਰੇਵਾਲ ਜਿਹਨੇ ਕੈਲੰਡਰ ਬਣਾਇਆ ਉਹ ਵੀ ਮਿਲੇ ਆ। ਜਿਹੜੇ ਇਸ ਕੈਲੰਡਰ ਦੇ ਪਹਿਲੇ ਦਿਨ ਵਿਰੋਧੀ ਆ ਕਰਨਲ ਸਰਜੀਤ ਸਿੰਘ ਨਿਸ਼ਾਨ ਜੀ, ਉਹ ਵੀ ਉਹਨਾਂ ਨੂੰ ਮਿਲੇ ਆ ਦਸੰਬਰ ਦੇ ਮਹੀਨੇ ਦੇ ਵਿੱਚ ਜੀ। ਇਸ ਸਾਲ ਉਹਨਾਂ ਦੇ ਆਉਣ ਦਾ ਪਤਾ ਲੱਗਾ ਸੀਗਾ ਕਿ ਮਾਰਚ ਦੇ ਮਹੀਨੇ ਦੇ ਵਿੱਚ ਇੱਥੇ ਸੈਕਰਾਮੈਂਟੋ ਏਰੀਆ 'ਚ ਉਹਨਾਂ ਨੇ ਆਉਣਾ ਸੀ। ਉਦੋਂ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਵੀ ਜੇ ਸਮਾਂ ਮਿਲ ਗਿਆ ਤੇ ਜ਼ਰੂਰ ਉਹਨਾਂ ਨਾਲ ਬੈਠ ਕੇ ਇਹ ਵਿਚਾਰਾਂ ਕਰਾਂਗੇ ਜੀ। ਪਰ ਉਹਨਾਂ ਨੇ ਉਹ ਫਿਰ ਐਤਕੀ ਆਏ ਨਹੀਂ ਹੈਗੇ
ਤੇ ਜੇ ਕਿਤੇ ਇੱਥੇ ਫੇਰ ਕਿਤੇ ਆਏ ਤਾਂ ਜ਼ਰੂਰ ਨੇੜੇ ਤੇੜੇ ਹੋਏ ਤਾਂ ਫਿਰ ਜ਼ਰੂਰ ਦਰਸ਼ਨ ਕਰਨ ਦਾ ਯਤਨ ਕਰਾਂਗੇ ਉਹਨਾਂ ਦਾ ਜੀ, ਜੇ ਉਹਨੂੰ ਸਮਾਂ ਅੱਛਾ, ਮੰਨ ਲਿਆ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਜਵਾਬ ਨਹੀਂ ਦਿੰਦੀ, ਅਕਾਲ ਤਖਤ ਸਾਹਿਬ ਵੱਲੋਂ ਕੋਈ ਜਵਾਬ ਨਹੀਂ ਆਉਂਦਾ, ਕਦੇ ਤੁਸੀਂ ਸਿੱਧੇ ਰੂਪ ਦੇ ਵਿੱਚ ਜਿਹੜੇ ਤੁਹਾਨੂੰ ਲੱਗਦੇ ਆ ਵੀ ਇਹ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦੇ ਆ, ਤੁਸੀਂ ਉਹਨਾਂ ਦੇ ਨਾਲ ਵੀ ਕਦੇ ਕੋਈ ਚਿੱਠੀ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ? ਇਹਨਾਂ ਦੇ ਵਿੱਚ ਜਿਹੜੇ ਮੇਨ ਵਿਰੋਧੀ ਹੈਗੇ ਆ ਡਾਕਟਰ ਹਰਜਿੰਦਰ ਸਿੰਘ ਦਲਗੀਰ ਆ, ਉਹਨਾਂ ਦੇ ਨਾਲ ਵੀ ਮੇਰਾ ਕਈ ਸਾਲ ਹੋ ਗਿਆ ਚਿੱਠੀ ਪੱਤਰ, ਈਮੇਲਾਂ ਜਾਂ ਜਿਹੜੇ ਉਹਨਾਂ ਦੇ ਇੱਕ ਸਵਾਲ ਆ 22 ਤੇ 23 ਆ ਸ਼ਾਇਦ 24 ਸਵਾਲ ਆ ਉਹਨਾਂ ਦੀ ਇੱਕ ਕਿਤਾਬ 'ਚ ਲਿਖੇ ਹੋਏ, ਉਹਨਾਂ ਸਾਰਿਆਂ ਸਵਾਲਾਂ ਦੇ ਜਵਾਬ 2 ਵਾਰੀ ਦਿੱਤੇ ਆ। ਫਿਰ ਇਹਦੇ ਵਿਰੋਧੀ ਹੈਗੇ ਆ ਅਨੁਰਾਗ ਸਿੰਘ ਆ ਇੱਕ ਲੁਧਿਆਣੇ ਤੋਂ ਜੀ, ਉਹ ਬੰਦੇ ਨਾਲ ਮੈਂ ਬਹੁਤ ਵਾਰੀ ਗੱਲ ਕੀਤੀ ਆ, ਪਰ ਉਹਦੇ ਨਾਲ ਫਾਇਦਾ ਨਹੀਂ ਹੈ ਗੱਲਬਾਤ ਕਰਨ ਦਾ, ਕਿਉਂਕਿ ਗੱਲ ਵਿਚਾਰ ਦੀ ਹੁੰਦੀ ਆ, ਦਲੀਲ ਦੇ ਨਾਲ ਹੁੰਦੀ ਆ, ਪਰ ਉਹ ਮੈਨੂੰ ਨਹੀਂ ਸਮਝ, ਘਟੀਆ ਸ਼ਬਦਾਵਲੀ ਵਰਤਣੀ ਆ, ਲੋਕੀ ਉਹਨੂੰ ਵਿਦਵਾਨ ਬਹੁਤ ਵੱਡਾ ਸਮਝਦੇ ਆ, ਪਰ ਉਹ ਮੈਂ ਨਹੀਂ ਉਹਨੂੰ ਸਮਝਦਾ ਵੀ ਇੱਕ ਜਦੋਂ ਤੁਸੀਂ ਕਿਸੇ ਨਾਲ ਵੀ ਗੱਲ ਕਰਦੇ ਆ ਤਾਂ ਤੁਹਾਡਾ ਵੀ ਮਾਣ ਸਤਿਕਾਰ ਆ, ਮੇਰਾ ਵੀ ਮਾਣ ਸਤਿਕਾਰ ਆ, ਇਹ ਆਪਾਂ ਨੂੰ ਦੋਨਾਂ ਨੂੰ ਬਾਲ ਆਫ ਰਿਸਪੈਕਟ ਆ ਜਿਹੜੀ ਆਪਣੀ ਕਾਇਮ ਰਹਿਣੀ ਚਾਹੀਦੀ ਆ। ਇਹਦੇ ਵਿਰੋਧੀ ਨਾਲ ਮੈਂ ਗੱਲ ਕੀਤੀ ਆ ਤੇ ਉਹਦਾ ਕੋਈ ਫਾਇਦਾ ਨਹੀਂ ਹੋਇਆ। ਕਰਨਲ ਸਰਜੀਤ ਸਿੰਘ ਨਿਸ਼ਾਨ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ, ਉਹ ਬੜੇ ਸਤਿਕਾਰਯੋਗ ਆ, ਮੇਰੇ ਅਸਲ 'ਚ ਮੇਰੇ ਉਸਤਾਦ ਉਹੀ ਆ, ਮੈਂ ਉਹਨਾਂ ਦੀਆਂ ਵੀਡੀਓ ਦੇਖ ਕੇ ਮੈਨੂੰ ਇਹ 'ਚ ਦਿਲਚਸਪੀ ਪੈਦਾ ਹੋਈ ਸੀ ਕੈਲੰਡਰ ਦੇ ਬਾਰੇ। ਅੱਛਾ ਜੀ, ਤੇ ਤੁਹਾਡੇ ਉਹ ਉਸਤਾਦ ਵੀ ਹੈ ਤੇ ਤੁਹਾਡੇ ਉਹਨਾਂ ਨਾਲ ਹੁਣ ਵਿਚਾਰਕ ਮਤਭੇਦ ਵੀ ਹੈਗੇ? ਉਹ ਤਾਂ ਮਤਭੇਦ ਤਾਂ ਵੱਖਰੀ ਚੀਜ਼ ਹੈ ਨਾ, ਜਦੋਂ ਮੈਂ ਉਹਨਾਂ ਦਾ ਵੀਡੀਓ ਦੇਖ ਕੇ ਮੈਨੂੰ ਕੈਲੰਡਰ 'ਚ ਦਿਲਚਸਪੀ ਪੈਦਾ ਹੋਈ, ਦਿਲਚਸਪੀ ਪੈਦਾ ਹੋਣ ਤੋਂ ਬਾਅਦ ਮੈਂ ਸੋਚਣਾ ਸ਼ੁਰੂ ਕੀਤਾ, ਹੋਰ ਸੋਚਣਾ ਸ਼ੁਰੂ ਕੀਤਾ, ਤੇ ਫਿਰ ਜਦੋਂ ਮੇਰੇ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ ਤੇ ਜਦੋਂ ਮੈਨੂੰ ਉਹਨਾਂ ਸਵਾਲਾਂ ਦੇ ਜਵਾਬ, ਮੈਨੂੰ ਯਾਦ ਆ 2010 ਮਾਰਚ ਵਿੱਚ ਮੈਂ ਪਹਿਲੀ ਈਮੇਲ ਉਹਨਾਂ ਨੂੰ ਕੀਤੀ ਸੀਗੀ, ਸੰਗਰਾਂਦਾਂ ਨਾਲ ਸੰਬੰਧਿਤ ਸੀਗਾ ਉਹਦਾ, ਜਦੋਂ ਮੈਨੂੰ ਉਸ ਈਮੇਲ ਦਾ ਜਵਾਬ ਨਹੀਂ ਆਇਆ ਉਹਨਾਂ ਵੱਲੋਂ ਜੀ, ਤੇ ਫਿਰ ਮੈਂ ਪਾਲ ਸਿੰਘ ਪੁਰਿਆਲਾ ਉਹਨਾਂ ਦਾ ਐਡਰੈਸ ਲੱਭ ਕੇ ਮੈਂ ਉਹਨਾਂ ਨੂੰ ਈਮੇਲ ਕੀਤੀ, ਦੱਸਣਾ ਤਾਂ ਪੈਣਾ ਸੀਗਾ ਵੀ ਏਦਾਂ ਵੀ ਮੈਂ ਈਮੇਲ ਫਲਾਣੇ ਥਾਂ ਕੀਤੀ ਸੀ, ਵੀ ਜਵਾਬ ਨਹੀਂ ਆਇਆ, ਵੀ ਮੇਰਾ ਸ਼ੰਕਾ ਹੋਇਆ ਸੰਗਰਾਂਦਾਂ ਦੇ ਬਾਰੇ। ਫਿਰ ਉਹਨੇ ਮੈਨੂੰ ਦੱਸਿਆ ਵਿਸਤਾਰ ਦੇ ਨਾਲ, ਲਿਖ ਕੇ ਆਇਆ ਜਵਾਬ ਉਹਨਾਂ ਦਾ ਵੀ ਆਹ ਹੈਗਾ ਇਹਦਾ ਸੰਗਰਾਂਦਾਂ ਵੱਖਰੀਆਂ ਹੋਣ ਦੇ ਕਾਰਨ ਜਾਂ ਸੰਗਰਾਂਦ ਨਿਰਧਾਰਿਤ ਕਰਨ ਦਾ ਜਿਹੜਾ ਕਾਰਨ ਉਹ ਆਹ ਹੁੰਦਾ ਆ ਜੀ। ਉਸ ਤੋਂ ਬਾਅਦ ਜਦੋਂ ਇੱਕ ਸਵਾਲ ਦੂਆ ਸਵਾਲ ਫਿਰ ਅਗਲਾ ਸਵਾਲ ਆ, ਜਦੋਂ ਸਵਾਲਾਂ ਦੇ ਜਵਾਬ ਲੱਭਣ ਲੱਗ ਪਿਆ ਫਿਰ ਮੇਰੀ ਉਹਦੇ ਨਾਲ ਦਿਲਚਸਪੀ ਵੱਧਦੀ ਗਈ। ਫਿਰ ਇਹਦੇ ਜਿਹੜੇ ਵਿਰੋਧੀ ਦੇ ਵਿੱਚ ਹੈਗੇ ਆ, ਜਾਂ ਜਦੋਂ ਅਸੀਂ ਦੇਖਦੇ ਆ ਕਿ ਦੂਜੀ ਧਿਰ ਸੈਮੀਨਾਰ ਕਰਦੀ ਆ, ਉਹ ਨਾਨਕਸ਼ਾਹੀ ਕੈਲੰਡਰ ਨੂੰ ਗਲਤ ਸਾਬਤ ਕਰਦੀ ਆ ਜੀ, ਉਹਨਾਂ ਦੇ ਵਿੱਚ ਫਿਰ ਜਿਹੜੇ ਵੀ ਸੱਜਣ ਨਾਲ ਸੰਪਰਕ ਹੋਇਆ ਉਹਨਾਂ ਨਾਲ ਹੀ ਸੰਪਰਕ ਕਰਕੇ ਵਿਚਾਰ ਕਰਨ ਦਾ ਯਤਨ ਕੀਤਾ। ਇਹਨਾਂ ਦੇ ਵਿੱਚ ਮੈਂ ਇੱਕ ਸੱਜਣ ਦਾ ਮੈਂ ਨਾਂ ਲੈ ਕੇ, ਮੈਂ ਜਾਣੀ ਇਮਾਨਦਾਰੀ ਦੀ ਗੱਲ ਹੈ, ਉਹਨਾਂ ਦੀ ਮਤਭੇਦ ਹੋਣੇ ਇੱਕ ਵੱਖਰੀ ਗੱਲ ਹੈ, ਪਰ ਜਦੋਂ ਬੰਦਾ ਗੱਲ ਕਰਦਾ ਉਹ 'ਚ ਇਮਾਨਦਾਰੀ ਹੋਣੀ ਉਹ ਬਹੁਤ ਜ਼ਰੂਰੀ ਹੁੰਦੀ ਆ। ਇਹਦੇ ਜਦੋਂ ਸਾਰੇ ਸੱਜਣ ਜਿਹੜੇ ਵੱਖ-ਵੱਖ ਸੈਮੀਨਾਰ ਵੀ ਹੁੰਦੇ ਆ, ਫਿਰ ਉਹਨਾਂ ਨੂੰ ਅਸੀਂ ਧਿਆਨ ਨਾਲ ਸੁਣੀਦਾ, ਜਿਹੜੇ ਵਿਰੋਧੀ ਵੀ ਕਰਦੇ ਆ। ਉਹਨਾਂ ਦੇ ਵਿੱਚੋਂ ਇੱਕ ਸੱਜਣ ਨਾਨਕਸਰ ਇਹਨਾਂ ਦਾ ਸੈਮੀਨਾਰ ਹੋਇਆ ਸੀ ਇੱਕ ਜੀ, ਜਨਵਰੀ, ਮੈਨੂੰ ਹੁਣ ਸਾਲ ਨਹੀਂ ਯਾਦ ਹੈ ਕਿਹੜੇ ਸਾਲ ਦੀ ਗੱਲ, ਉਹ 4-5 ਸਾਲ ਪੁਰਾਣੀ। ਉਹਦੇ ਵਿੱਚ ਭਾਈ ਬਲਜਿੰਦਰ ਸਿੰਘ ਹੈਗੇ ਆ ਰਾੜੇ ਵਾਲੇ ਜੀ, ਉਹਨਾਂ ਨੇ ਵੈਬਸਾਈਟ ਵੀ ਬਣਾਈ ਆ 113.com ਤੇ ਉਹਨਾਂ ਨਾਲ ਮੈਂ ਫੋਨ ਤੇ ਸੰਪਰਕ ਕਰਕੇ ਸਾਡੀਆਂ ਤਕਰੀਬਨ ਕਾਫੀ ਗੱਲਾਂ ਬਾਤਾਂ ਹੋਈਆਂ ਤੇ ਅਖੀਰ ਉਹ ਗੱਲ ਸਾਡੀ ਇੱਥੇ ਨਿਬੜ ਗਈ। ਬਈ ਉਹ ਕਹਿੰਦੇ ਆ ਵੀ ਮੈਂ ਨਹੀਂ ਚਾਹੁੰਦਾ ਵੀ ਅਸੀਂ ਪੁਰਾਣਾ ਸਿਸਟਮ ਛੱਡੀਏ। ਮੈਂ ਕਿਹਾ ਤਾਂ ਬਹੁਤ ਸੋਹਣੀ ਗੱਲ ਆ, ਕਲੀਅਰ ਤਾਂ ਹੋਗਾ ਨਾ ਵੀ ਤੁਸੀਂ ਖੜੇ ਕਿੱਥੇ ਆ। ਇੱਕ ਹੁੰਦਾ ਵੀ ਪੁਰਾਣਾ ਸਿਸਟਮ ਨਹੀਂ ਛੱਡਣਾ, ਇੱਕ ਹੁੰਦਾ ਵੀ ਪੁਰਾਣੇ ਨੂੰ ਜੇ ਉਹ 'ਚ ਕੋਈ ਨੁਕਸ ਆ ਤੇ ਛੱਡ ਕੇ ਨਵੇਂ ਤੇ ਆ ਜਾਈਏ ਜੀ। ਇਹ ਵੱਖਰੀਆਂ ਗੱਲਾਂ ਹੋ ਗਈਆਂ, ਸਿਧਾਂਤਕ ਆ ਇਹ ਗੱਲਾਂ ਜੀ। ਤੁਹਾਡਾ ਸਿਸਟਮ ਗਲਤ ਆ ਜੀ ਜਾਂ ਨਾਨਕਸ਼ਾਹੀ ਕੈਲੰਡਰ ਗਲਤ ਆ, ਫਿਰ ਇਹ ਦੱਸਣਾ ਉਹਨਾਂ ਨੂੰ ਪਊਗਾ ਨਾ ਵੀ ਕਿਵੇਂ ਗਲਤ ਆ ਜੀ। ਆਹ ਸਵਾਲ ਦਾ ਜਵਾਬ ਨਹੀਂ ਦਿੰਦੇ ਵੀ ਕਿਵੇਂ ਗਲਤ ਆ। ਤੋ ਉਹਨਾਂ ਨਾਲ ਵੀ ਵਿਚਾਰ ਹੋਈ ਆ ਤੇ ਇਹਨਾਂ ਦੇ ਨਾਲ ਵੀ ਹੋਈ ਆ ਵਿਚਾਰ, ਪਰ ਕੋਈ ਗੱਲ ਸਿਰੇ ਲੱਗਣ ਦੀ ਸੰਭਾਵਨਾ, ਫਿਰ ਉੱਥੇ ਗੱਲ ਆ ਜਾਂਦੀ ਆ ਵੀ ਜਥੇਦਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਜੋ ਫੈਸਲਾ ਕਰੂਗਾ ਉਹ ਹੋ ਜਾਊਗਾ। ਤੇ ਜੇ ਹੁਣ ਅਕਾਲ ਤਖਤ ਸਾਹਿਬ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਜੀ, ਤੇ ਫਿਰ ਉੱਥੋਂ ਫੈਸਲਾ ਕਿਵੇਂ ਹੋ ਜਾਊਗਾ? ਹੁਣ ਪਤਾ ਨਹੀਂ ਵੀ ਕਿੱਥੇ ਨਿਬੜੂਗੀ ਗੱਲ ਜਾ ਕੇ। ਜਾਂ ਇਹ ਜਿਵੇਂ ਉਹ ਰਾਗਮਾਲਾ ਦਾ ਮਸਲਾ ਹੈਗਾ ਆ ਜੀ, ਕੋਈ ਪੜ੍ਹੇ ਤੇ ਕੋਈ ਨਾ ਪੜ੍ਹੇ, ਇਹ ਵੀ ਮੈਨੂੰ ਲੱਗਦਾ ਵੀ ਉੱਠਦਾ ਬੋਲੇ ਬਣ ਜਾਊਗਾ ਇਹ ਕੈਲੰਡਰ ਵਾਲਾ ਮਸਲਾ। ਅੱਛਾ, ਤੁਹਾਡੇ ਨਾਲ ਕੋਈ ਹੋਰ ਜਿਹੜੀ ਪੰਥ ਦੀ ਕੋਈ ਨੁਮਾਇੰਦਾ ਜਥੇਬੰਦੀ ਹੈਗੀ ਆ
ਜਾਂ ਕੋਈ ਕਮੇਟੀ ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਾ ਦੀਆਂ ਜਿਹੜੀਆਂ ਸਿੱਖ ਕਮੇਟੀਆਂ ਹੈਗੀਆਂ ਨੇ ਗੁਰਦੁਆਰਾ, ਉਹਨਾਂ ਵਿੱਚੋਂ ਤੁਹਾਡਾ ਕੋਈ ਸਾਥ ਦਿੰਦੇ ਆ ਵੀ ਹਾਂਜੀ ਸਾਨੂੰ ਇਹ ਨਾਨਕਸ਼ਾਹੀ ਕੈਲੰਡਰ ਦੇ ਹੱਕ ਚ ਵਿੱਚ ਹਾਂ ਦਾ ਨਾਰਾ ਬੁਲੰਦ ਕਰਦੇ ਆ? ਇਹ ਜਿਹੜਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਆ ਜੀ। ਵਿਦੇਸ਼ਾਂ ਦੇ ਵਿੱਚ, ਕਿਉਂਕਿ ਦਸੰਬਰ ਆਪਣੇ ਜਦੋਂ ਸਾਲ ਦਾ ਐਂਡ ਹੋਣਾ ਹੁੰਦਾ ਆ, ਨਵੰਬਰ ਦਸੰਬਰ ਦੇ ਵਿੱਚ ਜਾ ਕੇ, ਉਦੋਂ ਵਿਦੇਸ਼ੀ ਕਮੇਟੀਆਂ ਆਪੋ ਆਪਣੇ ਗੁਰਦੁਆਰਾ ਸਾਹਿਬ ਲਈ ਕੈਲੰਡਰ ਬਣਾਉਂਦੀਆਂ ਨੇ। ਤੇ ਪੰਜਾਬ ਦੇ ਵਿੱਚੋਂ ਵੀ, ਉਧਰੋਂ ਪੰਜਾਬ ਤੋਂ ਬਾਹਰੋਂ ਵੀ, ਜੰਮੂ ਕਸ਼ਮੀਰ ਤੋਂ ਵੀ, ਉਹ ਜਿੱਦਾਂ ਕਈਆਂ ਸੱਜਣਾਂ ਨੂੰ ਪਤਾ ਆ ਤੇ ਉਹ ਉਸ ਵੇਲੇ ਮੇਰੇ ਨਾਲ ਸੰਪਰਕ ਕਰਦੇ ਆ ਬਈ ਪ੍ਰੂਫ ਰੀਡ ਕਰਨ ਨੂੰ, ਜਾਂ ਤਰੀਕਾਂ ਦਾ ਜਾਂ ਕੋਈ ਮਤਭੇਦ ਹੁੰਦਾ ਆ ਤੇ ਕੈਲੰਡਰਾਂ ਦੇ। ਉਦੋਂ ਮੈਨੂੰ ਲੱਗਦਾ ਵੀ ਉਹ ਕਮੇਟੀਆਂ ਹਰ ਸਾਲ ਇੱਥੇ ਉੱਤਰੀ ਅਮਰੀਕਾ ਚੋਂ ਵੀ ਤੇ ਹੋਰ ਵੀ ਯੂਰਪ ਦੇ ਵਿੱਚੋਂ ਵੀ ਉਹ ਵੱਧ ਰਹੀਆਂ ਹਰ ਸਾਲ ਵੀ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਛਾਪਣਾ ਆ। ਤੇ ਜਿਹਨਾਂ ਨੂੰ ਗੱਲ ਸਮਝ ਆ ਰਹੀ ਹੈ ਉਹ ਉਸ ਵੇਲੇ। ਤੁਸੀਂ ਕਹਿੰਦੇ ਵੀ ਤੁਸੀਂ ਆਪਣੇ ਮਿਸ਼ਨ ਦੇ ਵਿੱਚ ਜਿਹੜਾ ਹੈਗਾ ਵੀ ਤਰੱਕੀ ਵੱਲ, ਰਾਹ ਵੱਲ ਜਾ ਰਹੇ ਹੋ, ਤੁਹਾਨੂੰ ਲੱਗਦਾ ਵੀ ਹਰ ਗੱਲ ਦੀ ਸਮਝ ਆ ਰਹੀ ਆ, ਪਰ ਜਿਹੜੇ ਗੱਲ ਸਮਝਦੀਆਂ ਕਮੇਟੀਆਂ ਸਾਰੀਆਂ ਹੀ ਆ। ਫਿਰ ਗੱਲ ਇੱਥੇ ਆ ਜਾਂਦੀ ਆ ਜੀ ਵੀ ਦੂਜੇ ਪਾਸੇ ਅਕਾਲ ਤਖਤ ਸਾਹਿਬ ਦਾ ਹੁਕਮ ਆ, ਜਦੋਂ ਉੱਥੋਂ ਫਿਰ ਲਾਗੂ ਹੋ ਜਾਊਗਾ ਫਿਰ ਮੰਨ ਲਾਂਗੇ। ਇੱਥੇ ਆ ਜਾਂਦੀਆਂ ਬਹੁਤਾਂ ਕਮੇਟੀਆਂ ਜੀ। ਤੇ ਹੁਣ ਅੰਤ ਦੇ ਵਿੱਚ ਤੁਸੀਂ ਸਾਡੇ ਚੈਨਲ ਦੇ ਰਾਹੀਂ ਖਾਸ ਸੁਨੇਹਾ ਦੇਣਾ ਚਾਹੋ? ਸੁਨੇਹਾ ਤਾਂ ਮੇਰਾ ਇਹੀ ਆ ਜੀ ਵੀ ਅਸੀਂ ਯਤਨ ਕੀਤਾ ਹੈਗਾ ਆ, ਜਿਵੇਂ ਸਿੰਘ ਸਾਹਿਬ ਦਾ ਆਦੇਸ਼ ਆਇਆ ਸੀਗਾ ਵੀ ਪਹਿਲਾਂ ਕੋਈ ਵੀ ਚਿੱਠੀ ਪੱਤਰ ਜਿਹੜਾ ਧਰਮ ਪ੍ਰਚਾਰ ਕਮੇਟੀ ਨੂੰ ਜਾਣਾ ਚਾਹੀਦਾ ਹੈ, ਉਹਦੇ ਮੁਤਾਬਕ ਮੈਂ ਮਈ ਮਹੀਨੇ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਹੈਗੇ ਆ ਸਾਹਿਬ ਮੀਤ ਸਿੰਘ ਬੱਲ, ਉਹਨਾਂ ਨੂੰ ਚਿੱਠੀ ਪਾਈ, ਈਮੇਲ ਕੀਤੀ, ਉਹਨਾਂ ਨੂੰ ਫੋਨ ਤੇ ਗੱਲ ਕੀਤੀ। ਫਿਰ 15 ਦਿਨ ਹੀ ਉਹਨਾਂ ਨੂੰ ਰਿਮਾਈਂਡਰ ਭੇਜਿਆ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਡਾਕਟਰ ਰੂਪ ਸਿੰਘ ਉਹਨਾਂ ਨੂੰ ਚਿੱਠੀ ਪਾਈ, ਉਹਨਾਂ ਨੂੰ ਦੱਸਿਆ ਵੀ ਅੱਜ ਤਾਂ ਚਿੱਠੀ ਪਾਈ ਸੀ, ਕੋਈ ਜਵਾਬ ਨਹੀਂ ਆਇਆ, ਤੁਸੀਂ ਦਖਲ ਦਿਓ। 2 ਵਾਰੀ ਰੂਪ ਸਿੰਘ ਉਹਨਾਂ ਨੂੰ ਚਿੱਠੀ ਪਾਉਣ ਤੇ ਵੀ ਕੋਈ ਜਵਾਬ ਨਹੀਂ ਆਇਆ। ਫਿਰ ਪ੍ਰਧਾਨ ਸਾਹਿਬ ਨੂੰ ਖੇਚਲ ਦਿੱਤੀ ਵੀ ਤੁਸੀਂ ਕੋਈ ਦਖਲ ਦੇ ਕੇ ਤੇ ਮੇਰੇ ਸਵਾਲ ਦਾ ਜਵਾਬ ਦਵਾਓ ਜੀ। ਤੇ ਪ੍ਰਧਾਨ ਸਾਹਿਬ ਨੇ ਵੀ ਕੋਈ ਉਧਾਰਾ ਨਹੀਂ ਭਰਿਆ। ਫਿਰ 2 ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਭੇਜੀ, ਉਹਨਾਂ ਦੇ ਪੀਏ ਸਰਦਾਰ ਜਸਵਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਜੀ। ਫਿਰ ਵੀ ਕੋਈ ਨਹੀਂ ਆਇਆ ਤੇ ਫਿਰ ਉਹ ਆ ਪੱਤਰ ਜਿਹੜਾ ਅਖਬਾਰਾਂ ਰਾਹੀਂ ਵੀ ਆ ਭੇਜਿਆ। ਤੇ ਹੁਣ ਤੁਹਾਡੇ ਰਾਹੀਂ ਵੀ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਇੱਕ ਪਾਸੇ ਤੇ ਜਥੇਦਾਰ ਸਾਹਿਬ ਦਾ ਬਿਆਨ ਆਇਆ ਵੀ ਸਿੱਖ ਕੌਮ ਦਾ ਇੱਕੋ ਹੀ ਕੈਲੰਡਰ ਹੋਣਾ ਚਾਹੀਦਾ ਹੈ, ਤੇ ਮੇਰੇ ਸਵਾਲ ਵੀ ਇਹੀ ਆ ਵੀ ਜੇ ਸਿੱਖ ਕੌਮ ਦਾ ਇੱਕੋ ਹੀ ਕੈਲੰਡਰ ਹੋਣਾ ਚਾਹੀਦਾ ਤੇ ਉਹ ਕਿਹੜਾ ਹੋਣਾ ਚਾਹੀਦਾ? ਸਾਡੇ ਕੋਲ 3 ਕੈਲੰਡਰ ਨੇ ਇਸ ਵੇਲੇ, ਇੱਕ ਸੂਰਜੀ ਹੈ ਜੀ, ਇੱਕ ਚੰਦ ਆਧਾਰਿਤ ਹੈ ਤੇ ਇੱਕ ਦੋਹਾਂ ਦਾ ਸਾਂਝਾ ਕੈਲੰਡਰ ਹੈ ਜੀ। ਹੋਣਾ ਚਾਹੀਦਾ ਤੇ ਤੂੰ ਅਗਲਾ ਸਟੈਪ ਆ ਵੀ ਕਿਹੜਾ ਹੋਣਾ ਚਾਹੀਦਾ। ਇਹੀ ਮੇਰੀ ਪੰਥ ਨੂੰ ਹੈਗੀ ਆਵਾਜ਼ ਵੀ ਜੇ ਤੁਸੀਂ ਸਮਝਦੇ ਵੀ ਕੈਲੰਡਰ ਹੋਣਾ ਚਾਹੀਦਾ ਤੇ ਕਿਹੜਾ ਹੋਣਾ ਚਾਹੀਦਾ। ਫਿਰ ਜੇ ਸ਼੍ਰੋਮਣੀ ਕਮੇਟੀ ਦੇ ਜੇਕਰ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਸਾਹਿਬ ਜੋ ਵੀ ਹੈਗੇ ਆ ਹੁਣ ਉਹ ਕਹਿ ਦਿੰਦੇ ਆ ਵੀ ਆਹੀ ਕੈਲੰਡਰ ਹੋਣਾ ਚਾਹੀਦਾ ਜਿਹੜਾ ਕਿ ਅਸੀਂ ਦੋਨਾਂ ਦਾ ਰਲ ਕੇ ਬਣਾਇਆ ਗਿਆ, ਫਿਰ ਤੁਸੀਂ ਉਸ ਨੂੰ ਮੰਨ ਲਓਗੇ ਜੀ? ਕਹਿਣ ਤਾਂ ਸਹੀ ਨਾ ਕੁਛ ਪਹਿਲਾਂ ਜੀ, ਉਹਦੇ ਫਿਰ ਜਿਹੜੇ ਨੁਕਸੇ ਆ ਉਹਨਾਂ ਦੇ ਧਿਆਨ ਚ ਲਿਆਵਾਂਗੇ, ਬਾਕੀ ਦੁਨੀਆ ਦੇ ਧਿਆਨ ਚ ਲਿਆਵਾਂਗੇ ਵੀ ਇਸ ਕੈਲੰਡਰ ਦੇ ਰੱਖਣ ਇਹਦੇ ਚ ਨੁਕਸਿਆ, ਇਹਨੂੰ ਰੱਖਣ ਨਾਲ ਸਾਡੇ ਗਾਹਾਂ ਆਉਣ ਵਾਲੇ 100 ਸਾਲ ਚ 200 ਸਾਲ ਚ ਸਾਡਾ ਨੁਕਸਾਨ ਹੋਰ ਹੋਊਗਾ। ਪਹਿਲਾਂ ਉਹ ਕਹਿਣ ਤਾਂ ਸਹੀ ਨਾ ਵੀ ਇੱਥੇ ਤੱਕ ਕਹਿੰਦੇ ਆ ਵੀ ਸਾਨੂੰ ਚਾਹੀਦਾ। ਹੁਣ ਮੇਰਾ ਅਗਲਾ ਸਵਾਲ ਹੈ, ਪੰਥ ਨੂੰ ਵੀ ਅਗਲਾ ਸਵਾਲ ਹੈ ਵੀ ਜੇ ਤਾਂ ਚਾਹੀਦਾ ਤੇ ਕਿਹੜਾ ਚਾਹੀਦਾ? ਜੀ ਜੀ ਜੀ। ਤੁਹਾਡੇ ਮਾਧਿਅਮ ਰਾਹੀਂ ਵੀ ਇਹੀ ਸੁਨੇਹਾ ਹੈਗਾ ਆ ਬਈ ਜਿਹੜੇ ਸੱਜਣਾਂ ਨੂੰ ਇਹਦੇ ਚ ਦਿਲਚਸਪੀ ਆ, ਜਿਨ੍ਹਾਂ ਨੂੰ ਇਹਦੀ ਸਮਝ ਹੈ, ਜਾਂ ਜਿਹੜੇ ਚਾਹੁੰਦੇ ਆ ਕਿ ਭਵਿੱਖ ਕੈਲੰਡਰ ਦਾ ਕੋਈ 1-2 ਦਿਨਾਂ ਦਾ ਮਸਲਾ ਨਹੀਂ ਹੁੰਦਾ, ਇਹ ਕੌਮ ਦੇ ਭਵਿੱਖ ਦਾ ਮਸਲਾ ਹੈਗਾ ਆ ਔਰ ਸੈਂਕੜੇ ਸਾਲਾਂ ਇਹਨੇ ਚੱਲਣਾ ਹੁੰਦਾ ਆ। ਉਹਦੇ ਸਾਨੂੰ ਪੂਰੀ ਲੰਬੀ ਪਲੈਨਿੰਗ ਕਰਕੇ ਤੇ ਇਹਦੇ ਬਾਰੇ ਜ਼ਰੂਰ ਕੁਛ ਨਾ ਕੁਛ ਇਸ ਗੱਲ ਨੂੰ ਅੱਗੇ ਤੋਰਨਾ ਚਾਹੀਦਾ ਆ। ਨਹੀਂ ਤਾਂ 10 ਸਾਲ ਹੋ ਗਏ ਮਤਭੇਦ, ਬਾਹਰਲੀਆਂ ਕਮੇਟੀਆਂ ਹੁਣ ਜਿਹੜੀਆਂ ਕਮੇਟੀਆਂ ਹੈਗੀਆਂ ਆ ਨਹੀਂ ਮੰਨਦੀਆਂ ਸ਼੍ਰੋਮਣੀ ਕਮੇਟੀ ਵਾਲੇ ਨੂੰ, ਉਹ ਨਾਨਕਸ਼ਾਹੀ ਨੂੰ ਮੰਨੀ ਜਾਂਦੀਆਂ ਔਰ ਉਹਨਾਂ 'ਚ ਵਾਧਾ ਹੋ ਰਿਹਾ। ਫਿਰ ਉੱਥੇ ਮਤਭੇਦ ਪੈਦਾ ਹੋ ਜਾਂਦੇ ਆ ਵੀ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੀਦਾ ਆ ਵੀ ਉਹਨਾਂ ਦੇ ਫੈਸਲੇ ਦੇ ਖਿਲਾਫ ਬਗਾਵਤ ਹੋ ਰਹੀ ਆ ਤੇ ਉਹ ਕਿਉਂ ਨਹੀਂ ਬੇਨਤੀਆਂ ਕਰਨ ਤੇ ਵੀ ਦਖਲ ਦਿੰਦੀ ਇਹਦੇ ਵਿੱਚ? ਬਿਲਕੁਲ। ਤੇ ਅਸੀਂ ਉਮੀਦ ਕਰਦੇ ਆ ਵੀ ਜਿਹੜਾ ਤੁਸੀਂ ਇੱਕ ਲੰਬਾ ਪੱਤਰ ਲਿਖਿਆ ਤੇ ਹੁਣ ਪੰਜਾਬੀ ਲੋਕ ਚੈਨਲ ਦੇ ਰਾਹੀਂ ਵੀ ਅਪੀਲ ਕੀਤੀ ਹੈ, ਉਮੀਦ ਰੱਖਦੇ ਹਾਂ ਵੀ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਨੂੰ ਜ਼ਰੂਰ ਦੇਣਗੇ। ਆਸ ਕਰਦੇ ਹਾਂ ਜੀ ਤੁਹਾਡੇ ਰਾਹੀਂ ਸੁਨੇਹਾ ਪਹੁੰਚ ਜਾਏ, ਬੜੀ ਖੁਸ਼ੀ ਹੋਊਗੀ ਜਦ ਜਵਾਬ ਉਹਨਾਂ ਦਾ ਪੱਤਰ ਮਿਲੂਗਾ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।